ਗੁਰ ਹਿਰਦੈ ਧਿਆਵੰ, ਹਿਰਦੈ ਧਿਆਵੰ। ਸ੍ਰੀ ਗੁਰੂ ਰਾਮਦਾਸ ਗੁਣ ਗਾਵੰ। ਸ੍ਰੀ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਹਰਿ ਗੋਬਿੰਦ ਸੁਭ ਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਗੁਰ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋਂ ਤਰਾ ਬਾਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਿਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾ ਹਰ ਜਹੂਰ ਹਾਜ਼ਰ ਹਜੂਰ, ਸਰਬ ਕਲਾ ਭਰਪੂਰ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਏ ਸਾਧ ਸੰਗਤ ਜੀਓ। ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਆਪਣੇ ਅੰਮ੍ਰਿਤਮਈ ਦੀਦਾਰ ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਬਖਸ਼ਿਆ ਹੈ। ਲੜੀਵਾਰ ਰੂਪ ਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ 10ਵਾਂ ਸਰੂਪ, 10ਵਾਂ ਜਾਮਾ। ਜੋਤ ਉਹੀ ਜੁਗਤ ਵੀ ਉਹੀ, ਜੋਤ ਉਹਾ ਜੁਗਤ ਸਾਏ, ਸਹਿਕਾਇਆ ਫੇਰ ਪਲਟੀਐ। ਜਿਸ ਦਾ ਜ਼ਿਕਰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਕੀਤਾ ਹੈ ਕਿ ਜਿਵੇਂ ਇੱਕ ਚੱਕਰਵਰਤੀ ਬਾਦਸ਼ਾਹ, ਉਹ ਆਪਣੀ ਪੁਸ਼ਾਕ ਬਦਲ ਕੇ ਦੂਸਰੀ ਪੁਸ਼ਾਕ ਪਹਿਨ ਕੇ ਆ ਕੇ ਆਪਣੇ ਸਿੰਘਾਸਨ ਤੇ ਬੈਠਦਾ ਹੈ, ਤੇ ਪੁਸ਼ਾਕ ਬਦਲਣ ਦੇ ਨਾਲ ਬਾਦਸ਼ਾਹ ਨਹੀਂ ਬਦਲਿਆ, ਰਾਜਾ ਨਹੀਂ ਬਦਲਿਆ, ਸਿਰਫ ਉਹਨੇ ਚੋਲਾ ਹੀ ਬਦਲਿਆ। ਇਸੇ ਤਰ੍ਹਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਜੀਵਾਂ ਦੀ ਕਲਿਆਣ ਕਰਨ ਵਾਸਤੇ
10 ਜਾਮੇ ਧਾਰਨ ਕੀਤੇ ਸਾਧ ਸੰਗਤ। ਜੋ ਤਿਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਐ। ਮਹਾਰਾਜ ਸਾਹਿਬ ਜੀ ਨੇ ਕਾਇਆ ਪਲਟੀ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਰੂਪ ਹੋਏ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਹੋਏ। ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਸ੍ਰੀ ਗੁਰੂ ਰਾਮਦਾਸ ਸਾਹਿਬ ਸਰੂਪ ਹੋਏ। ਇਸ ਤਰ੍ਹਾਂ 10 ਸਰੂਪਾਂ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ। ਔਰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ 10ਵਾਂ ਜਾਮਾ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਆਪਾਂ ਪੜ੍ਹ ਸੁਣ ਰਹੇ ਹਾਂ। ਜਿਵੇਂ ਸਤਿਗੁਰੂ ਜੀ ਸਾਬੋ ਕੀ ਤਲਵੰਡੀ ਭਾਈ ਡੱਲੇ ਦੇ ਪਾਸ ਪਹੁੰਚੇ ਹੋਏ ਹਨ। ਕੱਲ ਦੇ ਪ੍ਰਸੰਗ ਵਿੱਚ ਆਪਾਂ ਸਰਵਣ ਕੀਤਾ ਹੈ ਕਿ ਮਹਾਰਾਜ ਸਾਹਿਬ ਜੀ ਨੂੰ ਜਿਵੇਂ ਕੁਝ ਦਿਨ ਉੱਥੇ ਰਹਿੰਦਿਆਂ ਹੋਏ ਤੇ ਫਿਰ ਮਹਾਰਾਜ ਨੇ ਬਚਨ ਕੀਤਾ ਕਿ ਭਾਈ ਡੱਲੇ ਹੁਣ ਗੁਰੂ ਕਾ ਲੰਗਰ ਕਿਲੇ ਤੋਂ ਬਾਰ-ਬਾਰ ਤਿਆਰ ਹੋਵੇਗਾ। ਫਿਰ ਲੰਗਰ ਬਾਹਰ ਤਿਆਰ ਹੋਣ ਲੱਗਾ। ਕਈ ਦਿਨ ਲੰਘ ਗਏ। ਇੱਕ ਦਿਨ ਭਾਈ ਡੱਲੇ ਜੀ ਨੇ ਬੇਨਤੀ ਕੀਤੀ ਕਿ ਮਹਾਰਾਜ ਮੈਂ ਆਪ ਜੀ ਦਾ ਤੇ ਮਾਤਾਵਾਂ ਤੇ ਸਾਰੇ ਸਿੰਘਾਂ ਦੇ ਚਰਨ ਗ੍ਰਹਿ ਵਿੱਚ ਪਾਉਣਾ ਚਾਹੁੰਦਾ ਹਾਂ ਤੇ ਸਾਰਿਆਂ ਦਾ ਪ੍ਰਸ਼ਾਦਾ ਪਾਣੀ ਦੀ ਸੇਵਾ ਕਰਨੀ ਚਾਹੁੰਦਾ ਹਾਂ। ਆਪਣੇ ਘਰ ਦੇ ਵਿੱਚ ਜਿਵੇਂ ਉਹਨੇ ਲੰਗਰ ਪਾਣੀ ਤਿਆਰ ਕੀਤਾ ਗੁਰੂ ਸਾਹਿਬ ਜੀ ਨੂੰ ਲੈ ਕੇ ਗਿਆ। ਮਾਤਾ ਸੁੰਦਰ ਕੌਰ ਜੀ ਮਾਤਾ ਸਾਹਿਬ ਕੌਰ ਜੀ ਨੂੰ ਲੈ ਕੇ ਗਿਆ। ਸਾਰੇ ਸਿੱਖ ਗਏ। ਬੈਰਾੜ ਨੌਕਰ ਵੀ ਨਾਲ ਗਏ। ਪ੍ਰਸ਼ਾਦਾ ਪਾਣੀ ਅਨੇਕ ਤਰ੍ਹਾਂ ਦੇ ਪਕਵਾਨ ਬੜੀ ਭਾਵਨਾ ਨਾਲ ਛਕਾਏ। ਜਲ ਵਰਤਾਇਆ ਗਿਆ। ਇੱਕ ਸਿੰਘ ਤੋਂ ਕਲਗੀਧਰ ਪਾਤਸ਼ਾਹ ਨੇ ਅਰਦਾਸ ਕਰਵਾਈ। ਉਹਨੇ ਖੜੇ ਹੋ ਕੇ ਅਰਦਾਸ ਕੀਤੀ, ਚੁਲਾ ਪੜਿਆ। ਫਿਰ ਭਾਈ ਡੱਲੇ ਨੇ ਇੱਕ ਵਧੀਆ ਨਸਲ ਦਾ ਘੋੜਾ ਔਰ ਇਸੇ ਤਰ੍ਹਾਂ ਇੱਕ ਦੁਸ਼ਾਲਾ ਤੇ 100 ਰੁਪਈਆ ਚਾਂਦੀ ਦਾ ਦਸ਼ਮੇਸ਼ ਪਾਤਸ਼ਾਹ ਨੂੰ ਭੇਟ ਕੀਤਾ। ਦੋਨਾਂ ਮਾਤਾਵਾਂ ਨੂੰ ਵਸਤਰ ਭੇਟ ਕੀਤੇ ਤੇ 50,000 ਰੁਪਈਏ ਨਾਲ ਚਾਂਦੀ ਦੇ ਭੇਟ ਕੀਤੇ। ਇਸ ਤਰ੍ਹਾਂ ਭਾਈ ਡੱਲੇ ਨੇ ਮਹਾਰਾਜ ਸਾਹਿਬ ਜੀ ਦੀ ਖੁਸ਼ੀ ਪ੍ਰਾਪਤ ਕੀਤੀ। ਇਹ ਸਾਧ ਸੰਗਤ ਜੀ ਆਪਾਂ ਕੱਲ ਦੇ ਪ੍ਰਸੰਗ ਵਿੱਚ ਸਰਵਣ ਕੀਤਾ ਹੈ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਾਬੋ ਕੀ ਤਲਵੰਡੀ ਉਸ ਨਗਰੀ ਨੂੰ ਭਾਗ ਲਾ ਰਹੇ ਹਨ। ਦਸ਼ਮੇਸ਼ ਪਾਤਸ਼ਾਹ ਜੀ ਦਾ ਧਿਆਨ ਧਰਦਿਆਂ ਹੋਇਆਂ ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ। ਉਚਾਰਨ ਕਰੋ ਜੀ ਸਤਿਨਾਮ ਸ੍ਰੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਸੇ ਤਰ੍ਹਾਂ ਹੁਣ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਾਬੋ ਕੀ ਤਲਵੰਡੀ ਟਿਕੇ ਹੋਏ ਹਨ, ਵਸੇ ਹੋਏ ਹਨ। ਜੰਗ ਯੁੱਧ ਕਰਨਾ ਹੁਣ ਇੱਥੇ ਮਹਾਰਾਜ ਜੀ ਨੇ ਤਿਆਗਿਆ ਹੋਇਆ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਜੰਗ ਦਾ ਕਮਰ ਕੱਸਾ ਖੋਲ ਦਿੱਤਾ ਹੈ ਤੇ ਸਭ ਪ੍ਰਕਾਰ ਕਰਕੇ ਸਤਿਗੁਰੂ ਜੀ ਇੱਥੇ ਸੁੱਖ ਦੇ ਨਾਲ ਗਰੀਬ ਨਵਾਜ ਸਾਹਿਬ ਜੀ ਨੇ ਵਸੇਬਾ ਕੀਤਾ ਹੈ। ਉੱਚੇ ਥਾਂ ਦੇ ਉੱਤੇ ਮਹਾਰਾਜ ਸਾਹਿਬ ਜੀ ਦਾ ਆਸਣ ਸੀ। ਸਾਧ ਸੰਗਤ ਜੀ ਊਚ ਦਮਦਮੇ ਗੁਰੂ ਬਿਰਾਜੇ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਜਿਸ ਥਾਂ ਦੇ ਉੱਤੇ ਤੰਬੂ ਲਾਇਆ ਗਿਆ ਸੀ ਉਹ ਉੱਚਾ ਟਿੱਬਾ ਸੀ, ਉੱਚਾ ਅਸਥਾਨ ਸੀ। ਤਾਂ ਉਸ ਥਾਂ ਦਾ ਨਾਮ ਫਿਰ ਮਹਾਰਾਜ ਸਾਹਿਬ ਜੀ ਨੇ ਸ੍ਰੀ ਦਮਦਮਾ ਸਾਹਿਬ ਰੱਖਿਆ। ਇੱਥੇ ਨਿਚਿੰਤ ਹੋ ਕਰਕੇ ਸਤਿਗੁਰੂ ਜੀ ਵਸੇ ਹੋਏ ਆ। ਜਿਨ੍ਹਾਂ ਸਤਿਗੁਰਾਂ ਨੂੰ ਕੋਈ ਚਿੰਤਾ ਕਦੇ ਵੀ ਨਹੀਂ ਹੁੰਦੀ ਹੈ। ਜਿਨ੍ਹਾਂ ਸਤਿਗੁਰਾਂ ਨੇ ਦੁਸ਼ਮਣਾਂ ਦੇ ਬਲ ਨੂੰ ਹਾਰ ਦਿੱਤਾ ਹੈ। ਦੁਸ਼ਮਣਾਂ ਦਾ ਬਲ ਜਿਹੜਾ ਉਹ ਹਾਰ ਅੰਬ ਗਿਆ ਹੈ। ਭਾਵ ਜੀਦਾ ਚੜ ਕੇ ਆਇਆ ਸੀ ਫੌਜ ਲੈ ਕੇ ਮਹਾਰਾਜ ਦੇ ਮਗਰ, ਤਾਂ ਉਹ ਵੀ ਆਖਰਕਾਰ ਖਦਰਾਣੇ ਦੀ ਢਾਬ ਤੋਂ ਸ੍ਰੀ ਮੁਕਤਸਰ ਸਾਹਿਬ ਤੋਂ ਵਾਪਸ ਮੁੜ ਗਿਆ ਸੀ ਆਪਣੀ ਫੌਜ ਮਰਵਾ ਕੇ।
इस तरह दुश्मनों का बल जिहड़ा वो हार हंब गया। सब देशां विदेशां दे विच इह खबर फैल चुकी है। इस करके संगतां हमेशा ही साबो की तलवंडी तख्त श्री दमदमा साहिब वाले स्थान ते दशमेश पातशाह जी के दर्शन करने वास्ते आ रही हैं। सारे पासे खबर पहुंच चुकी है कि सतगुरु जी हुण साबो की तलवंडी अपनी फौज के समेत अपने धर्म पत्नियां के समेत ठहरे हुए हैं ते हर रोज जथियां दे जथे संगत दे आ रहे हैं। कोई माझे विचों, कोई दुआबे चों, कोई मालवे की संगत ते होर भी देशां विदेशां दीयां संगतां, कोई काबल चों, कोई कंधार चों, कोई कश्मीर आदि चों, चार छपेरियों उत्तर दक्षिण पूरब पश्चिम तो संगतां साबो की तलवंडी दशमेश पातशाह जी के दर्शन करने वास्ते आ रही हैं। ये सतगुरु जी नूं भेटावां अर्पण करके महाराज साहब जी के दर्शन करदियां संगतां ते सतगुरु गरीब नवाज साहब जी तुरंत ही सारियां दियां मनोकामना पूरियां करते हैं। सतगुरु जी का दीवान लगता है ते गुरु घर दे कीर्तनीए गुरु की बाणी के शब्दां नूं गाउंदे हन, कीर्तन करते हैं। प्रेम धारण करने वाले गुरु के प्रेमी सिंह हजारां की गिणती दे विच इत्थे आ रहे हैं महाराज के दर्शन करने वास्ते। हजारां ही प्रेमी सिंह आके महाराज के दर्शन करते, सतगुरु जी नूं नमस्कारां करते। फिर इत्थे ही साध संगत जी गुरु के सिंघां ने बेनती की सी कि सच्चे पातशाह हुण आप जी ने जंग युद्ध का कमर कस्सा खोलिया है। महाराज कदी आप जी ने आनंदपुर साहिब खालसे दे नाल बचन कीता सी, वादा कीता सी कि जदों असीं जंगा युद्धां तो वेले हो जावांगे ते सारी बाणी दे धुर की बाणी दे अर्थ पढ़ावांगे। ते महाराज हुण आप जी ने जंग का कमर कस्सा खोलिया है, इत्थे आप जी ने पड़ा कीता है, सुख शांति है ते आप जी कृपा करो महाराज धुर की बाणी के अर्थ पढ़ाओ, अपने मुखारबिंद तो कथा सुनाओ। ते फिर महाराज साहब जी ने शहीद बाबा दीप सिंह साहिब जी, बाबा दीप सिंह साहिब जी नूं आख्या सी नाल ਸਿੰਘਾਂ नूं लै करके ते दुआबे की धरती तो करतारपुर दे विचों वो पावन पवित्र स्वरूप लै करके आओ जो पंजवें पातशाह जी ने भाई गुरदास साहब जी तो लिखाए सन ते सचखंड श्री हरमंदर साहब दे विच जिस पावन स्वरूप का पहला प्रकाश किया सी। बाबा दीप सिंह साहब जी फिर 5 ਸਿੰਘਾਂ ਦੇ समेत साध संगत जी इत्थे करतारपुर साहब दे विच आए। आके धीर मलियां दे पासों पावन पवित्र स्वरूप मंगिया कि गुरु कलगीधर पातशाह जी ने भेजिया है सानू ते असीं पावन स्वरूप लैण वास्ते आए हाँ। महाराज साहब जी ने नाले पिता सतगुरु नामे पातशाह जी की बाणी चढ़ाउणी है ते नाले बाणी की कथा सरवण कराउणी है ਸਿੰਘਾਂ नूं ते असीं बाद विच फिर ये पावन स्वरूप आप जी नूं इत्थे वापस दे जावांगे। पर उन्होंने ना कर दी, कहन लगे नहीं असीं ये पावन स्वरूप नहीं दे सकते क्योंकि ये करके तो संगतां साडे कोले आउंदियां वा। जे पावन स्वरूप ही साडे कोले ना रहा तो साडे कोले संगतां ने नहीं आउणा, जे संगतां ना आईयां तो चढ़त चढ़ावा नहीं आउणा, फिर साडे कोले किन्ने आउणा। तो असीं नहीं ये स्वरूप दे सकते। जिथे ना कर दी उत्थे एक होर गल भी उन्हें कह दी, कहन लगे भी गुरु गोबिंद सिंह अपने आप नूं 10वें पातशाह कहाउंदे आ, जिवें 5वें पातशाह जी ने बाणी उचारण की है, पहले गुरु साहिबां ने बाणी उचारण करके लिखाई है ते श्री गुरु गोबिंद सिंह जी भी अपने मुख तो ही बाणी उचारण कर लै ते अपने मुख तो बाणी उचारण करके लिखा लै। साडे कोलों क्यों वड्डियां दी बख्शिश लैंदे हन?
ਬਾਬਾ ਦੀਪ ਸਿੰਘ ਜੀ ਸਿੰਘਾਂ ਦੇ ਸਮੇਤ ਵਾਪਸ ਜਾਂਦੇ ਆ। ਜਾ ਕਰਕੇ ਕਲਗੀਧਰ ਪਾਤਸ਼ਾਹ ਜੀ ਨੂੰ ਬੇਨਤੀ ਕਰਕੇ ਕਹਿੰਦੇ, ਮਹਾਰਾਜ ਇਹ ਧੀਨ ਮੱਲੀਆਂ ਨੇ ਤੇ ਪਾਵਨ ਸਰੂਪ ਨਹੀਂ ਦਿੱਤਾ, ਪਰ ਨਾਲ ਉਹਨਾਂ ਨੇ ਆਹ ਗੱਲ ਵੀ ਕਹਿ ਦਿੱਤੀ ਹੈ, ਤਾਨਾ ਵੀ ਮਾਰ ਦਿੱਤਾ ਕਿ ਦਸਵੇਂ ਪਾਤਸ਼ਾਹ ਆਪ ਕਿਉਂ ਨਹੀਂ ਬਾਣੀ ਲਿਖਾ ਲੈਂਦੇ। ਜੇ ਉਹ ਸਮਰੱਥ ਸਤਿਗੁਰੂ ਆ, ਦਸਵੇਂ ਪਾਤਸ਼ਾਹ ਹਨ, ਤੇ ਆਪੇ ਬਾਣੀ ਉਚਾਰ ਲੈਣ ਤੇ ਆਪ ਬਾਣੀ ਲਿਖਾ ਲੈਣ। ਫਿਰ ਕਲਗੀਧਰ ਪਾਤਸ਼ਾਹ ਮਹਾਰਾਜ ਮੁਸਕਰਾਏ, ਕਹਿਣ ਲੱਗੇ ਸਰੂਪ ਤਾਂ ਹੋਰ ਵੀ ਹੈਗੇ ਆ ਤੇ ਮੰਗਾ ਸਕਦੇ ਆ, ਪਰ ਹੁਣ ਮੰਗਾਉਣਾ ਨਹੀਂ ਕੋਈ। ਭਾਈ ਬੰਨੋ ਜੀ ਸਿੱਖ ਹੋਇਆ ਇੱਕ ਪੰਜਵੇਂ ਪਾਤਸ਼ਾਹ ਦਾ ਸਾਧ ਸੰਗਤ ਜੀ, ਤੇ ਭਾਈ ਬੰਨੋ ਜੀ ਨੇ ਉਤਾਰਾ ਕੀਤਾ ਸੀ ਪਾਵਨ ਸਰੂਪ ਦਾ, ਤੇ ਭਾਈ ਬੰਨੋ ਜੀ ਦੀਆਂ ਬੀੜਾਂ ਤੋਂ ਅੱਗੇ ਕਈ ਉਤਾਰੇ ਹੋਏ ਸਨ। ਉਹ ਭਾਈ ਬੰਨੋ ਜੀ ਵਾਲਾ ਸਰੂਪ ਕਰਕੇ ਜਾਣਿਆ ਜਾਂਦਾ, ਉਹ ਉਤਾਰੇ ਜਿਹੜੇ ਜਾਣੇ ਜਾਂਦੇ। ਮਹਾਰਾਜ ਕਹਿਣ ਲੱਗੇ ਹੁਣ ਉਹ ਵੀ ਸਰੂਪ ਨਹੀਂ ਮੰਗਾਵਾਂਗੇ, ਹੁਣ ਕੰਠੋਂ ਹੀ ਬਾਣੀ ਉਚਾਰਨ ਕਰਾਂਗੇ। ਭਾਈ ਸਾਹਿਬ ਭਾਈ ਮਣੀ ਸਿੰਘ ਜੀ ਨੂੰ ਆਖਿਆ ਤੁਸੀਂ ਲਿਖਣ ਦੀ ਸੇਵਾ ਕਰਨੀ ਹੈ। ਬਾਬਾ ਦੀਪ ਸਿੰਘ ਜੀ ਨੂੰ ਆਖਿਆ ਤੁਸੀਂ ਸਿੰਘਾਂ ਨੂੰ ਨਾਲ ਲੈ ਕਰਕੇ ਸ਼ਾਹੀ ਤਿਆਰ ਕਰੋ, ਕਾਗਜ਼ ਪੱਤਰੇ ਤਿਆਰ ਕਰੋ, ਕਲਮਾਂ ਘੜੋ। ਉਹ ਸਾਰੀ ਸੇਵਾ ਦਿੱਤੀ ਸਾਧ ਸੰਗਤ। ਤੇ ਸਿੰਘਾਂ ਨੂੰ ਬਚਨ ਕੀਤਾ ਕਿ ਜਿਨ੍ਹਾਂ ਸਿੰਘਾਂ ਨੇ ਭਾਈ ਹਰ ਰੋਜ਼ ਗੁਰੂ ਕੀ ਬਾਣੀ ਦੀ ਕਥਾ ਸਰਵਣ ਕਰਨੀ, ਉਹ ਆਪਣੇ ਨਾਮ ਲਿਖਾਓ। ਤਾਂ 48 ਸਿੰਘਾਂ ਨੇ ਸਾਧ ਸੰਗਤ ਜੀ ਨਾਮ ਲਿਖਾਏ। ਬਾਬਾ ਦੀਪ ਸਿੰਘ ਜੀ ਭਾਈ ਮਣੀ ਸਿੰਘ ਜੀ ਦੋ ਤਾਂ ਇਹ ਹੋ ਗਏ, ਬਾਕੀ ਹੋਰ ਸਿੰਘ ਸਾਰੇ ਸਿੰਘਾਂ ਨੇ 48 ਸਿੰਘਾਂ ਨੇ ਆਪਣੇ ਨਾਮ ਲਿਖਾਏ। ਬਾਕੀ ਜਿਹੜੇ ਸੀ ਉਹ ਖੁੱਲੇ ਪਹਿਰੇ ਦੇ ਵਿੱਚ, ਜਿਨ੍ਹਾਂ ਨੇ ਪੂਰੀ ਕਥਾ ਸਰਵਣ ਕਰਨੀ ਸੀ, ਉਹ 48 ਸਿੰਘ। ਤਾਂ ਬਾਕੀ ਉਂਝ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਆਉਂਦੀਆਂ ਸੀ, ਕੋਈ ਇੱਕ ਦਿਨ ਠਹਿਰਿਆ, ਕੋਈ 1 ਘੰਟਾ ਠਹਿਰਿਆ, ਕਿਉਂਕਿ ਹਰ ਇੱਕ ਦੀ ਵੱਖਰੀ ਭਾਵਨਾ ਹੁੰਦੀ ਹੈ। ਜਿਵੇਂ ਗੁਰੂ ਕੇ ਸਥਾਨਾਂ ਤੇ ਸੰਗਤਾਂ ਆਉਂਦੀਆਂ, ਕੋਈ ਰਾਤ ਰਹਿ ਕੇ ਜਾਂਦੀਆਂ ਤੇ ਕੋਈ ਨਮਸਕਾਰ ਕਰਕੇ ਉਸੇ ਵੇਲੇ ਚਲੇ ਜਾਂਦੀਆਂ। ਕਈ ਸਾਰਾ ਦਿਨ ਸੇਵਾ ਵੀ ਕਰਦੇ ਆ, ਸਿਮਰਨ ਵੀ ਕਰਦੇ ਆ। ਇਸੇ ਤਰੀਕੇ ਨਾਲ ਕਲਗੀਧਰ ਪਾਤਸ਼ਾਹ ਜੀ ਨੇ ਉਹ ਉੱਚੇ ਦਮਦਮਾ ਸਾਹਿਬ ਵਾਲੇ ਅਸਥਾਨ ਤੇ ਤੰਬੂ ਲਾਇਆ ਤੇ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਨੂੰ ਲਿਖਾਰੀ ਲਾਇਆ ਤੇ ਕੰਠੋਂ ਹੀ ਮਹਾਰਾਜ ਬਾਣੀ ਉਚਾਰਨ ਕਰਨ ਲੱਗੇ। ਪਹਿਲੇ ਦਿਨ ਹੀ 3 ਬਾਣੀਆਂ ਉਚਾਰ ਕੇ ਲਿਖਾ ਦਿੱਤੀਆਂ ਮਹਾਰਾਜ, ਸ੍ਰੀ ਜਪਜੀ ਸਾਹਿਬ, ਰਹਿਰਾਸ ਸਾਹਿਬ ਤੇ ਕੀਰਤਨ ਸੋਹਿਲਾ। ਸਵੇਰ ਤੋਂ ਦੁਪਹਿਰ ਤੱਕ ਬਾਣੀ ਮਹਾਰਾਜ ਸਾਹਿਬ ਜੀ ਲਿਖਾਉਂਦੇ ਤੇ ਦੁਪਹਿਰ ਤੋਂ ਬਾਅਦ ਸ਼ਾਮ ਤੱਕ ਮਹਾਰਾਜ ਬਾਣੀ ਦੀ ਕਥਾ ਕਰਿਆ ਕਰਦੇ। ਲਿਖਣ ਦੀ ਸੇਵਾ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਕਰਦੇ। ਜਿਸ ਵੇਲੇ ਕਥਾ ਗੁਰੂ ਜੀ ਕਰਦੇ ਤੇ ਨਾਲ ਪੰਕਤੀ ਪੜ੍ਹਨ ਦੀ, ਸ਼ਬਦ ਪੜ੍ਹਨ ਦੀ, ਗੁਰਬਾਣੀ ਦੀ ਪਵਿੱਤਰ ਪੰਕਤੀਆਂ ਪੜ੍ਹਨ ਦੀ ਸੇਵਾ ਵੀ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਕਰਦੇ। ਪਹਿਲੇ ਦਿਨ 3 ਬਾਣੀਆਂ ਲਿਖਾ ਕੇ ਤੇ 3 ਬਾਣੀਆਂ ਦੀ ਕਥਾ ਸੁਣਾਈ ਸਿੰਘਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ। ਇਹ ਸਤਿਗੁਰਾਂ ਨੂੰ ਹੀ ਬਾਣ ਆਉਂਦਾ ਹੈ ਸਾਧ ਸੰਗਤ ਜੀ। ਜੋ ਸਤਿਗੁਰੂ ਕਰ ਸਕਦੇ ਆ ਉਹ ਸਤਿਗੁਰੂ ਹੀ ਕਰ ਸਕਦੇ, ਹੋਰ ਕੋਈ ਨਹੀਂ ਕਰ ਸਕਦਾ। ਗਰੀਬ ਨਵਾਜ ਸਾਹਿਬ ਜੀ ਨੇ 3 ਬਾਣੀਆਂ ਲਿਖਾ ਕੇ 3 ਬਾਣੀਆਂ ਦੀ ਕਥਾ ਵੀ 48 ਸਿੰਘਾਂ ਨੂੰ ਪਹਿਲੇ ਦਿਨ ਹੀ ਸੁਣਾ ਦਿੱਤੀ। ਬਾਕੀ ਸੰਗਤ ਜਿਹੜੀ ਹੈ ਉਹ ਵੀ ਹਾਜ਼ਰੀ ਭਰਦੀ ਹੈ, ਪਰ ਥੋੜਾ ਸਮਾਂ ਜਿੰਨਾ ਕਿਸੇ ਦੇ ਭਾਗਾਂ ਵਿੱਚ ਸੀ ਉਹਨਾਂ ਨੇ ਹਾਜ਼ਰੀ ਭਰੀ, ਮਹਾਰਾਜ ਸਾਹਿਬ ਦੇ ਦਰਸ਼ਨ ਕੀਤੇ। ਪਰ ਇੱਕ ਅੱਖਰ ਦੀ ਵਿਆਖਿਆ ਕਥਾ 48 ਸਿੰਘਾਂ ਨੇ ਸਰਵਣ ਕੀਤੀ। 9 ਮਹੀਨੇ 9 ਦਿਨ 9 ਘੜੀਆਂ ਇਸ ਤਰ੍ਹਾਂ ਇੰਨੇ ਸਮੇਂ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਸਾਰੀ ਬਾਣੀ ਧੁਰ ਕੀ ਬਾਣੀ ਲਿਖਾਈ। ਇੱਕ ਓੰਕਾਰ ਤੋਂ ਲੈ ਕਰਕੇ 18 10 20 ਤੱਕ ਰਾਗਮਾਲਾ ਦੀ ਸਮਾਪਤੀ ਤੱਕ ਇਹ 31 ਰਾਗ ਸਤਿਗੁਰੂ ਜੀ ਨੇ ਲਿਖਾਏ। 30 ਰਾਗ ਤਾਂ ਪਹਿਲੇ ਪਾਵਨ ਪਵਿੱਤਰ ਬੀੜ ਵਿੱਚ ਵੀ ਸਨ, ਤਾਂ ਪਹਿਲੇ ਸਰੂਪ ਵਿੱਚ ਵੀ ਸ੍ਰੀ ਰਾਗ ਤੋਂ ਲੈ ਕੇ ਪ੍ਰਭਾਤੀ ਤੱਕ। ਤੇ 31ਵਾਂ ਜੋ ਰਾਗ ਹੈ ਜੈਜਾਵੰਤੀ, 4 ਸ਼ਬਦ ਉਹਦੇ ਵਿੱਚ ਪਿਤਾ ਸਤਿਗੁਰੂ ਨਾਵੇਂ ਪਾਤਸ਼ਾਹ ਦੀ ਬਾਣੀ ਦੇ ਨਿਰੋਲ ਸ਼ਬਦ ਹਨ, 4 ਸ਼ਬਦ। ਉਹ ਜੈਜਾਵੰਤੀ ਰਾਗ ਵੀ ਲਿਖਵਾਇਆ। ਪਿਤਾ ਸਤਿਗੁਰੂ ਨਾਵੇਂ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ 15 ਰਾਗਾਂ ਦੇ ਵਿੱਚ ਲਿਖਵਾਈ। 15 ਰਾਗਾਂ ਦੇ ਵਿੱਚ ਸਤਿਗੁਰੂ ਨਾਵੇਂ ਪਾਤਸ਼ਾਹ ਜੀ ਦੇ ਜੋ ਪਵਿੱਤਰ ਸ਼ਬਦ ਆ ਉਹ ਗਿਣਤੀ ਦੇ ਵਿੱਚ 59 ਸ਼ਬਦ ਹਨ ਸਾਧ ਸੰਗਤ ਜੀ, ਇੱਕ ਘੱਟ 60। ਗੌੜੀ ਰਾਗ ਤੋਂ ਲੈ ਕੇ ਜੈਜਾਵੰਤੀ ਤੱਕ ਵੱਖ-ਵੱਖ ਰਾਗਾਂ ਵਿੱਚ 15 ਰਾਗਾਂ ਦੇ ਵਿੱਚ 59 ਸ਼ਬਦ ਹਨ ਮਹਾਰਾਜ। ਇਹ ਪਵਿੱਤਰ ਸ਼ਬਦ ਲਿਖਵਾਏ
भोग दे 57 श्लोक महाराज साहब जी ने लिखवाए। कहण तो भाव सारी बाणी लिखवा करके ते सारी बाणी की कथा भी ਸਿੰਘਾਂ ਨੂੰ ਸਰਵਣ करवाई। फिर समाप्ति ते महाराज साहब जी ने भोग पाया। राजा जय सिंह ने भी कथा सरवण की। ਇਹ ਰਾਜਾ ਜੈ ਸਿੰਘ ਸਾਧ ਸੰਗਤ ਜੀ ਉਹ ਰਾਜਾ ਹੋਇਆ ਹੈ ਦਿੱਲੀ ਦਾ, ਜਿਹੜਾ 8ਵੇਂ ਪਾਤਸ਼ਾਹ ਜੀ ਨੂੰ ਕੀਰਤਪੁਰ ਸਾਹਿਬ ਤੋਂ ਬੇਨਤੀ ਕਰਕੇ ਦਿੱਲੀ ਲੈ ਕੇ ਗਿਆ ਸੀ। ਇਸੇ ਰਾਜੇ ਜੈ ਸਿੰਘ ਦੇ ਬੇਨਤੀ ਕਰਨ ਤੋਂ ਇਹਦੇ ਭੇਜੇ ਹੋਏ ਜਿਹੜੇ ਦੂਤ ਸੇਵਕ ਸਨ, ਇਹਦੇ ਬੇਨਤੀ ਨੂੰ ਪ੍ਰਵਾਨ ਕਰਕੇ 8ਵੇਂ ਪਾਤਸ਼ਾਹ ਮਹਾਰਾਜ ਉੱਥੇ ਗਏ ਸੀ। ਬੇਨਤੀ ਕੀਤੀ ਸੀ ਕਿ ਮਹਾਰਾਜ ਔਰੰਗਜ਼ੇਬ ਨੂੰ ਵੀ ਦਰਸ਼ਨ ਦਿਓ। ਤੇ 8ਵੇਂ ਪਾਤਸ਼ਾਹ ਨੇ ਆਖਿਆ ਸੀ, ਪਿਤਾ ਜੀ ਨੇ ਆਖਿਆ ਸੀ ਨਹਿ ਮਲੇਸ਼ ਕੋ ਦਰਸ਼ਨ ਦੇਣਾ। ਸਾਡੇ ਪਿਤਾ 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਨੇ ਉਸ ਮਲੇਸ਼ ਨੂੰ ਦਰਸ਼ਨ ਨਹੀਂ ਦਿੱਤਾ, ਅਸੀਂ ਵੀ ਉਸ ਮਲੇਸ਼ ਨੂੰ ਨਹੀਂ ਦਰਸ਼ਨ ਦੇਣਾ। 8ਵੇਂ ਪਾਤਸ਼ਾਹ ਨੇ ਦਰਸ਼ਨ ਨਹੀਂ ਸੀ ਦਿੱਤਾ। ਫਿਰ ਸਾਧ ਸੰਗਤ ਜੀ ਉੱਥੇ ਮਹਾਰਾਜ ਰੋਗੀਆਂ ਦੇ ਰੋਗ ਦੂਰ ਕਰਦੇ ਹੋਏ ਭਾਣਾ ਵਰਤਾ ਗਏ। 8ਵੇਂ ਪਾਤਸ਼ਾਹ ਸੱਚਖੰਡ ਪਿਆਨਾ ਕਰ ਗਏ। ਉਸ ਦੁੱਖ ਦੇ ਵਿੱਚ ਚਿੰਤਤ ਸੀ ਇਹ ਰਾਜਾ ਜੈ ਸਿੰਘ। ਇਹ ਬੇਨਤੀ ਕਰਨ ਵਾਸਤੇ ਦਮਦਮਾ ਸਾਹਿਬ ਪੁੱਜਾ ਸੀ। ਇਹਨੇ ਬੇਨਤੀ ਕੀਤੀ ਕਿ ਮਹਾਰਾਜ ਮੇਰੇ ਮਨ ਵਿੱਚ ਦੁੱਖ ਹੈ, ਗਰੀਬ ਨਵਾਜ਼ ਸੱਚੇ ਪਾਤਸ਼ਾਹ, ਕਿ ਮੈਂ 8ਵੇਂ ਪਾਤਸ਼ਾਹ ਜੀ ਨੂੰ ਲੈ ਕੇ ਗਿਆ ਸੀ ਦਿੱਲੀ, ਵੀ ਜਿਵੇਂ ਮੈਂ ਬੇਨਤੀ ਕਰਕੇ ਉੱਥੇ ਮਹਾਰਾਜ ਨੂੰ ਸੱਦਿਆ ਸੀ ਉਸੇ ਤਰ੍ਹਾਂ ਮੈਂ ਕੀਰਤਪੁਰ ਸਾਹਿਬ ਵੀ ਮਹਾਰਾਜ ਨੂੰ ਪਹੁੰਚਾਉਂਦਾ। ਪਰ ਸਤਿਗੁਰੂ ਉੱਥੇ ਸੱਚਖੰਡ ਬਿਆਨਾ ਕਰਕੇ ਸਰੀਰ ਤਿਆਗ ਗਏ। ਮੇਰੇ ਮਨ ਤੇ ਬੋਝ ਜਿਹਾ ਬਣਿਆ ਹੋਇਆ ਵੀ ਮੈਂ ਲੈ ਕੇ ਆਇਆ ਸੀ ਸਤਿਗੁਰੂ ਜੀ ਨੂੰ ਇੱਥੇ। ਤੇ ਦਸ਼ਮੇਸ਼ ਪਾਤਸ਼ਾਹ ਨੇ ਆਖਿਆ ਵੀ ਰਾਜਾ ਤੂੰ ਚਿੰਤਾ ਨਾ ਕਰ, ਸਤਿਗੁਰੂ ਸੁਤੰਤਰ ਹੁੰਦੇ ਆ। ਮਹਾਰਾਜ ਸਾਹਿਬ ਆਪਣੀ ਮੌਜ ਨਾਲ ਸੰਸਾਰ ਵਿੱਚ ਆਉਂਦੇ ਆ ਤੇ ਆਪਣੀ ਮੌਜ ਨਾਲ ਹੀ ਸੰਸਾਰ ਦਾ ਕਲਿਆਣ ਕਰਕੇ ਸਤਿਗੁਰੂ ਗਰੀਬ ਨਵਾਜ਼ ਸੱਚਖੰਡ ਪਿਆਨਾ ਕਰ ਜਾਂਦੇ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਿਨਾਸੀ ਪੁਰਖ ਹੈ ਸਭ ਮਹਿ ਰਹਿਆ ਸਮਾਏ। ਮਹਾਰਾਜ ਕਹਿਣ ਲੱਗੇ ਜੇ ਤੇਰੇ ਮਨ ਦੇ ਵਿੱਚ ਕੋਈ ਇਹ ਫਿਕਰ ਹੈ, ਚਿੰਤਾ ਹੈ, ਤੇ ਤੂੰ ਆਪਣੇ ਭਲੇ ਵਾਸਤੇ ਧੁਰ ਕੀ ਬਾਣੀ ਸਾਰੀ ਲਿਖੀ ਗਈ ਹੈ, ਪਾਵਨ ਪਵਿੱਤਰ ਸਰੂਪ ਤਿਆਰ ਹੋ ਗਿਆ ਹੈ, ਤੇ ਇਸ ਕਰਕੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾ। ਰਾਜੇ ਜੈ ਸਿੰਘ ਦੇ ਬੇਨਤੀ ਕਰਨ ਤੋਂ ਉਸ ਪਾਵਨ ਪਵਿੱਤਰ ਸਰੂਪ ਤੋਂ ਦਮਦਮੀ ਬੀੜ ਜਿਸ ਨੂੰ ਆਪਾਂ ਕਹਿੰਦੇ ਹਾਂ, ਹੁਣ ਸਾਰੇ ਗੁਰੂ ਘਰਾਂ ਦੇ ਵਿੱਚ ਉਹੀ ਸਰੂਪ ਪ੍ਰਕਾਸ਼ਮਾਨ ਹੈ, ਦਮਦਮੀ ਬੀੜ ਹੀ ਪ੍ਰਕਾਸ਼ਮਾਨ, ਜੋ ਸਾਕੋ ਕੀ ਤਲਵੰਡੀ ਮਹਾਰਾਜ ਸਾਹਿਬ ਜੀ ਨੇ ਲਿਖਵਾਈ ਹੈ। ਤਾਂ ਗਰੀਬ ਨਵਾਜ਼ ਕਹਿੰਦੇ ਅਖੰਡ ਪਾਠ ਸਾਹਿਬ ਕਰਵਾ। ਫਿਰ ਉਸ ਥਾਂ ਦੇ ਉੱਤੇ ਅਖੰਡ ਪਾਠ ਸਾਹਿਬ ਰਾਜੇ ਜੈ ਸਿੰਘ ਦੇ ਬੇਨਤੀ ਕਰਨ ਤੋਂ ਆਰੰਭ ਹੋਇਆ ਸੀ। ਜਦੋਂ ਕਥਾ ਦੀ ਸਮਾਪਤੀ ਹੋਈ ਸੀ, ਕਥਾ ਦਾ ਭੋਗ ਪਿਆ ਸੀ, ਉਸ ਤੋਂ ਬਾਅਦ ਫਿਰ ਅਖੰਡ ਪਾਠ ਸਾਹਿਬ ਆਰੰਭ ਹੋਇਆ ਤੇ 5 ਪਾਠੀ ਸਿੰਘ ਲੱਗੇ ਤੇ ਨਾਲ ਜਪਜੀ ਸਾਹਿਬ ਦੀ ਵੀ ਪੋਥੀ ਸਾਹਿਬ ਪ੍ਰਕਾਸ਼ ਕੀਤੀ ਗਈ ਤੇ 5 ਜਪਜੀ ਸਾਹਿਬ ਦਾ ਪਾਠ ਕਰਨ ਵਾਲੇ ਵੀ ਲੱਗੇ ਨਾ। ਪਹਿਰੇ ਤੇ ਵੀ ਸਿੰਘ ਲੱਗੇ, ਚੌਰ ਦੀ ਸੇਵਾ ਕਰਨ ਤੇ ਵੀ ਲੱਗੇ। ਐਸੀ ਮਰਿਆਦਾ ਨਾਲ ਸ੍ਰੀ ਅਖੰਡ ਪਾਠ ਸਾਹਿਬ ਹੋਇਆ। ਇਤਿਹਾਸ ਵਿੱਚ ਪੰਕਤੀਆਂ ਆਉਂਦੀਆਂ ਹਨ, 5 ਪਾਠੀ ਅਖੰਡ ਕੇ 500 ਜਪਜੀ ਕੀਨ, 5 ਪਹਿਰੇ ਸੰਵਿਧਾਨ ਕਹਿ ਪ੍ਰਾਰੰਭੇ ਪ੍ਰਵੀਨ। ਤਾਂ ਬਾਣੀ ਦਾ ਪ੍ਰਵਾਹ ਚੱਲਿਆ। ਆਰੰਭ ਵਿੱਚ ਵੀ ਕੜਾ ਪ੍ਰਸ਼ਾਦ ਦੀ ਦੇਗ ਹੋਈ, ਅਰਦਾਸ ਬੇਨਤੀ ਹੋਈ। ਮੱਧ ਦੇ ਵਿੱਚ ਵੀ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਹੋ ਕੇ ਅਰਦਾਸ ਕੀਤੀ ਗਈ, ਭੋਗ ਪਾ ਕਰਕੇ, ਤੇ ਫਿਰ ਵੀ ਅਰਦਾਸ ਬੇਨਤੀ ਹੋਈ, ਕੜਾ ਪ੍ਰਸ਼ਾਦ ਦੀ ਦੇਗ ਵਰਤਾਈ। ਤਾਂ ਉੱਥੇ ਫਿਰ ਸਾਧ ਸੰਗਤ ਜੀ ਜਦੋਂ ਮਹਾਰਾਜ ਨੇ 48 ਸਿੰਘਾਂ ਨੇ ਸਾਰੀ ਸੰਪੂਰਨ ਕਥਾ ਸਰਵਣ ਕੀਤੀ ਨਾ ਗਰੀਬ ਨਵਾਜ਼ ਸਾਹਿਬ ਜੀ ਦੀ ਪਵਿੱਤਰ ਰਸਨਾ ਤੋਂ, ਤੇ ਕਿਹੋ ਜਿਹਾ ਮਾਹੌਲ ਬਣਿਆ ਹੋਊਗਾ ਆਪਾਂ ਅੰਦਾਜ਼ਾ ਲਾਈਏ, ਅਨੁਭਵ ਕਰੀਏ। ਜਦੋਂ ਕੋਈ ਬੰਦਗੀ ਵਾਲਾ, ਕੋਈ ਮਹਾਂਪੁਰਖ, ਕੋਈ ਗੁਰਸਿੱਖ ਗੁਰੂ ਕਾ ਸਾਜਿਆ ਨਵਾਜਿਆ ਕਥਾ ਕਰਦਾ ਹੈ ਤੇ ਉਦੋਂ ਹੀ ਕੈਸਾ ਰਾਸ ਤੇ ਕੈਸਾ ਆਨੰਦ ਬਣਦਾ ਹੈ। ਤੇ ਜਦੋਂ ਆਪ 10ਵੇਂ ਪਾਤਸ਼ਾਹ ਪਰਮੇਸ਼ਰ ਦਾ ਸਰਗੁਣ ਸਰੂਪ ਗੁਰੂ ਗੋਬਿੰਦ ਸਿੰਘ ਜੀ ਕਥਾ ਕਰਦੇ ਆ, ਉਹ ਤੇ ਅਕਹਿ ਰਾਸੀ ਆ ਨਾ। ਉਹ ਤੇ ਫਿਰ ਕਹਿਣ ਕਥਨ ਤੋਂ ਬਾਹਰੀ ਗੱਲ ਹੀ ਆ ਨਾ, ਜਦੋਂ ਬਾਜਾਂ ਵਾਲੇ ਆਪ ਕਥਾ ਕਰਦੇ ਤੇ ਮਹਾਰਾਜ ਸਾਹਿਬ ਜੀ ਦੇ ਸਿੱਖ ਸ਼ਹੀਦ ਭਾਈ ਮਣੀ ਸਿੰਘ ਦੀ ਪੰਕਤੀ ਪੜ੍ਹਦੇ ਤੇ ਸਰੋਤੇ ਬਾਬਾ ਦੀਪ ਸਿੰਘ ਸਾਹਿਬ ਵਰਗੇ। ਤੋ ਐਸੇ ਗੁਰੂ ਕੇ ਸਿੰਘ ਫਿਰ ਮਹਾਰਾਜ ਸਾਹਿਬ ਜੀ ਦੀ ਰਸਨਾ ਤੋਂ ਕਥਾ ਸੁਣ ਕੇ ਸਾਰੇ ਦੇ ਸਾਰੇ ਜਿੰਨੇ ਸਿੰਘਾਂ ਨੇ, 48 ਸਿੰਘਾਂ ਨੇ ਸਾਰੀ ਸੰਪੂਰਨ ਕਥਾ ਸੁਣੀ, ਸਾਰੇ ਬ੍ਰਹਮ ਗਿਆਨੀ ਹੋਏ, ਸਾਰੇ ਸਾਧ ਸੰਗਤ ਜੀ ਬਦੇਹ ਮੁਕਤ ਹੋਏ।
अपने शरीर के रसां तो उपर हो गए, बदेव मुक्ति प्राप्त हो गई, सारे आनंद दे विच मस्त हो गए, गहरे आनंद विच चले गए। सब संसार दे मोह ममता तो उपर उठ गए सारे ही सिर। अलौकिक अवस्था दे विच सारिਆਂ ਦਾ वासा होया। ते फिर महाराज साहब जी ने दोनों सिंघां दी सेवा लाई इत्थे, भाई मनी सिंह साहब जी ते बाबा दीप सिंह साहब जी। कहन लगे कि ਸਿੰਘੋ ਤੁਹਾਡੇ ਤੋਂ ਅਸੀਂ सेवा ਲੈਣੀ, ਤੁਸੀਂ ਰਹਿੰਦੇ जीवन ठीक जिवें ਅਸੀਂ गुरबाणी लिखाई है ਤੁਹਾਨੂੰ, ਤੁਸੀਂ गुरबाणी लिखण ਦੀ भी सेवा करनी। ਸਿੰਘੋ जिवें गुरबाणी ਅਸੀਂ ਤੁਹਾਨੂੰ ਇਹ ਸੰਥਿਆ ਕਰਾਈ ਆ, गुरबाणी ਦੀ कथा ਸਰਵਣ ਕਰਾਈ, अर्थ ਪੜ੍ਹਾਏ ਆ, ਸਿੰਘੋ ਤੁਸੀਂ ਰਹਿੰਦੀ ਜੀਵਨ ਤੀਕ ਆਖਰੀ ਸਵਾਸਾਂ ਤੀਕ गुरबाणी ਦੀ कथा ਕਰਨ ਦੀ ਵੀ सेवा ਕਰੋ। गुरबाणी लिखण की सेवा करनी, गुरबाणी की कथा करन की सेवा करनी, ते गुरबाणी की अगे संथ्या कराउण की भी सेवा करनी, संथ्या कराउण की भी सेवा करनी। ये खालसे पंथ दे विच तुसीं गुरबाणी का प्रचार प्रसार करना सी, तुहाडे तो ਸਿੰਘੋ टकसालां अगे तोरनियां। ये महाराज साहब जी ने साबो की तलवंडी साध संगत जी तख्त श्री दमदमा साहब वाले स्थान ते कलगीधर पातशाह ने बख्शिशां कीतियां। जिवें सारे सिंह आनंद विच सी, बाबा दीप सिंह जी, भाई साहब भाई मनी सिंह जी भी उस आनंद दे विच। इन्हां ने बेनती की कि महाराज बड़ा आनंद बनिया होया कि जिस वेले असीं संसार च विचरांगे तो फिर आनंद जिहड़ा वा, क्योंकि जिस वेले संसार दे विच विचरना है, गुरबाणी अगे पढ़ाउणी है, तो फिर महाराज इहदे च फर्क ना पै जावे इस आनंद दे विच। ਅਸੀਂ ਤੇ ਆਪ ਜੀ ਦੇ ਨਾਲ ਹੀ ਰਹਿਣਾ ਚਾਹੁੰਦੇ ਆ ਤੇ ਇਸੇ ਗਾੜੇ ਆਨੰਦ ਵਿੱਚ ਹੀ ਰਹਿਣਾ ਚਾਹੁੰਦੇ। ਤੇ ਫਿਰ ਸਤਿਗੁਰੂ ਜੀ ਨੇ ਹੋਰ ਬਖਸ਼ਿਸ਼ ਕੀਤੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਹਿਣ ਲੱਗੇ, ਸਿੰਘੋ ਭਾਈ ਮਨੀ ਸਿੰਘ ਜੀ, ਜਿਹੜਾ ਤੁਹਾਡਾ ਆਨੰਦ ਹੁਣ ਸੰਪੂਰਨ ਕਥਾ ਸੁਣ ਕੇ ਬਣਿਆ ਹੋਇਆ, ਇਹ ਆਨੰਦ ਵਿੱਚ ਕਦੇ ਵੀ ਫਰਕ ਨਹੀਂ ਪਵੇਗਾ। ਭਾਵੇਂ ਤੁਹਾਡਾ ਬੰਦ ਵੀ ਸਰੀਰ ਨਾਲੋਂ ਵੱਖਰਾ ਹੋ ਜਾਵੇ, ਤੁਹਾਡਾ ਬੰਦ ਵੀ ਕੱਟਿਆ ਜਾਵੇਗਾ, ਤੁਹਾਡੇ ਆਨੰਦ ਵਿੱਚ ਫਰਕ ਨਹੀਂ ਪਵੇਗਾ। भाई साहब भाई मनी सिंह जी नूं यह वरदान दिता, क्योंकि महाराज जानते सी अंतरजामी सतगुरु एवें तो नहीं किते बचन कर दिता कि मनी सिंघा तेरा बंद भी कटिया जाएगा, आनंद च फर्क नहीं पवेगा। महाराज जानते सी भी आने वाले समय में जालमां ने बंद कटना भाई मनी सिंह जी। बाबा दीप सिंह जी नूं आख्या, दीप सिंघा तेरा सीस भी खंडा खड़काउं रिहा, भावें तुहाडे नालों वखरा हो जाएगा, तो तेरे आनंद च भी ਸਿੰਘਾ फर्क नहीं पवेगा। ये दोनों ਸਿੰਘਾਂ ਨੂੰ उत्थे वरदान दिते दमदमा साहिब वाले स्थान ते धन गुरु गोबिंद सिंह महाराज जी। और गरीब नवाज सच्चे पातशाह जी ने ये कृपा की, ते फिर इत्थे होर भी बेअंत बख्शिशां महाराज ने कीतियां। जिन्नियां कलमां घटदे सी ना, जो गुरबाणी लिखी जाती सी, बाकी दियां वधदियां कलमां उत्थे महाराज गरीब नवाज सरोवर दे विच पवाई जांदे सन। शाही भी उत्थे पवाउंदे सन जिथे लिखणसर साहिब अस्थान सोभनी। ते महाराज ने बचन कीता भी आउण वाले समय विच इत्थे बैल बुद्धि वाले भी आके पढ़नगे ते महान विद्वान बन जाया करनगे। साडे अनेकां सिख इत्थे आके ब्रह्म विद्या प्राप्त करनगे। एक वो कांची जिथे वेद शास्त्र सिमरतियां पढ़न जाते हैं, बनारस नूं भी कांची आख्या जाता ना साध संगत, जिथे पुरातन ग्रंथां की विद्या अज भी दिती जाती है। सतगुरु कहन लगे, गुरु की कांची है, गुरु की कांची तख्त श्री दमदमा साहिब साबो की तलवंडी। एक वो कांची जिथे वेद शास्त्र सिमरतियां पढ़ाए जाते हैं, ये गुरु की कांची इत्थे आके गुरसिख बाणी पढ़िया करन। अज भी सिंह भावना वाले गुरमुखी के 35 अखर उत्थे लिख के आउंदे आ भी महाराज साहब कृपा करन, सानू बाणी आवे, सानू महाराज साहब जी की ब्रह्म विद्या प्राप्त हो। और इत्थे ये बख्शिशां महाराज साहब जी ने साध संगत जी कीतियां। फिर इत्थों ये टकसालां तोरियां भाई साहब भाई मनी सिंह जी तो ते बाबा दीप सिंह साहब जी। बाबा दीप सिंह जी तो जो टकसाल तोरी, उसनों दमदमा साहब तो ਚੱਲੀ करके फिर नाम दमदमी टकसाल पिया। सो भाई साहब भाई मनी सिंह साहब जी उन्हां तों अमृतसर साहब वाली टकसाल चली, जो अज भी चल रही है। दोवें टकसालां चल रही। और जिस वेले फिर कलगीधर पातशाह महाराज नदेड़ नूं गए ना इत्थों अगे,
फिर ये सारे सिंह महाराज दे नाल गए। भाई मनी सिंह जी भी नाल गए, बाबा दीप सिंह साहब जी भी नाल गए। ਜਦੋਂ 1708 ਈਸਵੀ ਸਨ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਿਆਈ ਦਾ ਤਖਤ ਬਖਸ਼ਿਆ। ਜਿਹੜੇ 5 ਸਿੰਘ ਸਨਮੁਖ ਮਹਾਰਾਜ ਨੇ ਤਾਬਿਆ ਖੜੇ ਕੀਤੇ, ਉਹਨਾਂ ਵਿੱਚ ਬਾਬਾ ਦੀਪ ਸਿੰਘ ਜੀ ਵੀ ਹਾਜ਼ਰ ਕੀਤੇ। ਉਸ ਮੌਕੇ ਤੇ ਭਾਈ ਮਨੀ ਸਿੰਘ ਜੀ ਚੌਰ ਕਰਨ ਦੀ ਸੇਵਾ ਕਰਦੇ ਸੀ। ਜਦੋਂ ਗੁਰਿਆਈ ਦਿੱਤੀ ਦਸ਼ਮੇਸ਼ ਪਾਤਸ਼ਾਹ, ਗੁਰਿਆਈ ਦੇ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਗੁਰੂ ਜੀ ਸੱਚਖੰਡ ਬਿਆਨਾ ਕਰ ਜਾਂਦੇ ਆ। ਉਸ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਸਾਧੋ ਕੀ ਤਲਵੰਡੀ ਆ ਜਾਂਦੇ ਆ, ਜਿਹੜੀ ਸੇਵਾ ਮਹਾਰਾਜ ਨੇ ਲਾਈ ਸੀ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਪਹੁੰਚ ਜਾਂਦੇ। ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਬਣ ਕੇ ਸੇਵਾ ਨਿਭਾਉਂਦੇ ਆ ਤੇ ਮੰਜੀ ਸਾਹਿਬ ਵਾਲੇ ਸਥਾਨ ਤੇ ਰੋਜ਼ ਕਥਾ ਕਰਦੇ ਭਾਈ ਮਨੀ ਸਿੰਘ ਸਾਹਿਬ। ਬਾਬਾ ਦੀਪ ਸਿੰਘ ਸਾਹਿਬ ਜੀ ਸਾਬੋ ਕੀ ਤਲਵੰਡੀ ਤਖਤ ਸ੍ਰੀ ਦਮਦਮਾ ਸਾਹਿਬ ਵਾਲੇ ਸਥਾਨ ਤੇ ਕਥਾ ਕਰਦੇ, ਸਿੰਘਾਂ ਨੂੰ ਸੰਥਿਆ ਪੜਾਉਂਦੇ। ਫਿਰ ਸਾਧ ਸੰਗਤ ਜੀ ਗੁਰਬਾਣੀ ਲਿਖਦੇ ਆ, ਦੋਵੇਂ ਹੀ ਸਿੰਘ। ਭਾਈ ਮਨੀ ਸਿੰਘ ਸਾਹਿਬ ਜੀ ਨੇ ਵੀ ਬਾਣੀ ਲਿਖਣ ਦੀ ਸੇਵਾ ਕੀਤੀ, ਬਾਬਾ ਦੀਪ ਸਿੰਘ ਸਾਹਿਬ ਜੀ ਨੇ ਵੀ ਬਾਣੀ ਲਿਖਣ ਦੀ ਸੇਵਾ ਕੀਤੀ। ਕਿੱਡਾ ਅਮੋਲਕ ਜੀਵਨ ਸੀ ਉਹਨਾਂ ਸਿੰਘਾਂ ਦਾ। ਬਾਬਾ ਦੀਪ ਸਿੰਘ ਸਾਹਿਬ ਜੀ ਨੇ ਕਲਗੀਧਰ ਪਿਤਾ ਜੀ ਦੀ ਬਖਸ਼ਿਸ਼ ਦੇ ਨਾਲ 4 ਸਰੂਪ ਲਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਮੁਖੀ ਦੇ ਵਿੱਚ। ਇੱਕ ਪਾਵਨ ਸਰੂਪ ਲਿਖਿਆ ਅਰਬੀ ਭਾਸ਼ਾ ਦੇ ਵਿੱਚ। ਵੇਖੋ ਕਿੰਨੇ ਵਿਦਵਾਨ ਹੋਣਗੇ ਬਾਬਾ ਦੀਪ ਸਿੰਘ ਸਾਹਿਬ ਜੀ। ਅਰਬੀ ਭਾਸ਼ਾ ਦੇ ਵਿੱਚ ਇੱਕ ਸੰਪੂਰਨ ਸਰੂਪ ਲਿਖ ਕੇ ਅਰਬ ਦੇ ਇਲਾਕੇ ਦੇ ਵਿੱਚ ਸਿੱਖੀ ਪ੍ਰਚਾਰ ਪ੍ਰਸਾਰ ਵਾਸਤੇ ਭੇਜਿਆ। ਤੇ 4 ਪਾਵਨ ਪਵਿੱਤਰ ਸਰੂਪ 4 ਤਖਤ ਸਾਹਿਬਾਂ ਉੱਤੇ ਸਾਧ ਸੰਗਤ ਜੀ ਪ੍ਰਕਾਸ਼ਮਾਨ ਕੀਤੇ, ਜਿਨ੍ਹਾਂ ਦੇ ਦਰਸ਼ਨ ਅੱਜ ਵੀ ਆਪਾਂ ਕਰ ਸਕਦੇ ਹਾਂ। 4 ਤਖਤ ਸਾਹਿਬਾਂ ਦੇ ਉੱਤੇ ਪ੍ਰਕਾਸ਼ਮਾਨ ਹੁੰਦੇ ਆ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਲਿਖੇ ਹੋਏ ਉਹ ਪਾਵਨ ਸਰੂਪ ਗੁਰੂ ਗ੍ਰੰਥ ਸਾਹਿਬ ਜੀ। ਫਿਰ ਸਿੰਘਾਂ ਨੂੰ ਸੰਥਿਆ ਕਰਾਉਣ ਦੀ ਸਾਰੀ ਸੇਵਾ ਕਰਨੀ। ਤੇ ਵੇਖੋ ਕਿੱਡੀ ਵੱਡੀ ਬਖਸ਼ਿਸ਼ ਮਹਾਰਾਜ ਨੇ ਅਰਥ ਕੀਤੇ ਆ ਆਪਣੀ ਰਸਨਾ ਤੋਂ। ਸਿੰਘਾਂ ਹੜਤਾਲੀਆਂ ਨੇ ਗੁਰੂ ਸਾਹਿਬ ਜੀ ਦੇ ਮੁਖ ਤੋਂ ਕਥਾ ਸਰਵਣ ਕੀਤੀ ਆ, ਲਿਖੀ ਨਹੀਂ। ਪਰ ਵੇਖੋ ਕਥਾ ਸੁਣ ਕੇ 9 ਮਹੀਨਿਆਂ ਵਿੱਚ ਮਹਾਰਾਜ ਨੇ ਕਥਾ ਕੀਤੀ। ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਲਿਖਾ ਕੇ ਤੇ ਸਾਰੀ ਬਾਣੀ ਦੀ ਕਥਾ ਕੀਤੀ 9 ਮਹੀਨਿਆਂ ਦੇ ਵਿੱਚ। ਕਿੰਨੇ ਕਿੰਨੇ ਘੰਟੇ ਰੋਜ਼ ਕਥਾ ਮਹਾਰਾਜ ਕਰਿਆ ਕਰਦੇ ਹੋਣਗੇ। ਗਰੀਬ ਨਵਾਜ਼ ਸਾਰਾ ਦਿਨ ਹੀ ਸਵੇਰ ਤੋਂ ਦੁਪਹਿਰ ਤੱਕ ਬਾਣੀ ਲਿਖਾਉਣੀ, ਦੁਪਹਿਰ ਤੋਂ ਸ਼ਾਮ ਤੱਕ ਕਥਾ ਕਰਨੀ। ਤੇ ਫਿਰ ਸਿੰਘਾਂ ਦੇ ਉੱਤੇ ਵੀ ਕਿੰਨੀ ਗੁਰੂ ਕੀ ਬਖਸ਼ਿਸ਼, ਕਿੰਨੀ ਇਕਾਗਰਤਾ ਕਿ ਸਾਰੇ ਅਰਥੀ ਕੰਠ ਕਰਾ ਦਿੱਤੇ ਮਹਾਰਾਜ। ਲਿਖੇ ਨਹੀਂ ਅਰਥ ਕੋਈ, ਸਾਰੇ ਅੰਦਰ ਹੀ ਪਾ ਦਿੱਤੇ ਆ ਸਿੰਘਾਂ ਨੇ, ਸਾਰੇ ਕੰਠੀ ਹੋ ਗਏ। ਕੈਸੀ ਬਖਸ਼ਿਸ਼। ਪੁਰਾਣੇ ਜਿੰਨੇ ਸਿੰਘ ਸੀ ਉਹ ਲਿਖਦੇ ਭਾਵੇਂ ਸੀ, ਬਾਅਦ ਵਿੱਚ ਸਿੰਘ ਲਿਖਦੇ ਰਹੇ ਆ, ਪਰ ਲਿਖਦੇ ਥੋੜਾ ਸੀ, ਸਿਰਫ ਕਥਾ ਸੁਣ ਕੇ ਹੀ ਕੰਠੀ ਕਰਦੇ ਸਨ। ਤੇ ਕੰਠ ਇੰਨੇ ਅਰਥ ਕਿਵੇਂ ਹੋ ਜਾਂਦੇ ਸੀ ਕੰਠ? ਕਿਉਂਕਿ ਨਾਮ ਬਾਣੀ ਦਾ ਅਭਿਆਸ ਹੀ ਇੰਨਾ, ਤੇ ਜਿੰਨਾ ਇਕਾਗਰ ਚਿੱਤ ਹੋਵੇਗਾ ਥੋੜਾ ਸੁਣਿਆ ਜ਼ਿਆਦਾ ਯਾਦ ਹੋ ਜਾਂਦਾ। ਜਿੰਨਾ ਸੁਣਿਆ ਉਹਨਾਂ ਉਹ ਟੇਪ ਰਿਕਾਰਡ ਹੀ ਹੋ ਜਾਂਦਾ ਸਿੰਘਾਂ ਦੇ ਅੰਦਰ। ਕਿਉਂਕਿ ਮਹਾਰਾਜ ਸਾਹਿਬ ਨੂੰ ਬੇਨਤੀ ਵੀ ਸਿੰਘਾਂ ਨੇ ਕੀਤੀ ਸੀ, ਮਹਾਰਾਜ ਜਿਹੜੇ ਅਰਥ ਤੁਸੀਂ ਕਰ ਰਹੇ ਹੋ ਇਹ ਅਰਥ ਹੋਰ ਕਿਸੇ ਤੋਂ ਨਹੀਂ ਹੋਣੇ, ਕਿਉਂਕਿ ਜਿਹੜੇ ਅਰਥ ਗੁਰੂ ਗੋਬਿੰਦ ਸਿੰਘ ਜੀ ਨੇ ਕਰ ਦੇਣੇ ਕੋਈ ਦੂਜਾ ਕੀ ਕਰੇਗਾ। ਮਹਾਰਾਜ ਜੇ ਤੁਹਾਡੀ ਆਗਿਆ ਹੋਵੇ ਤਾਂ ਇਹ ਅਰਥ ਲਿਖ ਨਾ ਲੈ ਜਾਣ ਸਾਰੇ, ਜਿਹੜੀ ਕਥਾ ਤੁਸੀਂ ਕਰਦੇ ਹੋ। ਉਂਝ ਜੇ ਲਿਖੇ ਜਾਂਦੇ, ਜੇ ਇੱਕ ਪਾਸਾ ਸੋਚ ਗਏ, ਜੇ ਲਿਖੇ ਜਾਂਦੇ ਤੇ ਅੱਜ ਆਪਾਂ ਵੀ ਪੜ੍ਹਦੇ ਵੀ 10ਵੇਂ ਪਾਤਸ਼ਾਹ ਨੇ ਆਹ ਅਰਥ ਕੀਤੇ, ਲਿਖੇ ਨਹੀਂ ਗਏ। ਤੇ ਮਹਾਰਾਜ ਕਹਿਣ ਲੱਗੇ ਸਿੰਘੋ ਨਹੀਂ, ਬਾਣੀ ਦੇ ਜਿਹੜੇ ਅਰਥ ਵਾ ਉਹਨਾਂ ਦਾ ਅੰਤ ਕੋਈ ਨਹੀਂ, ਬੇਅੰਤ ਵਾ, ਕੋਈ ਅੰਤ ਨਹੀਂ। ਇਹ ਜਿੰਨਾ ਸਿੰਘ ਬਾਣੀ ਦਾ ਅਭਿਆਸ ਕਰਨਗੇ, ਰਹਿਤ ਮਰਿਆਦਾ 'ਚ ਪ੍ਰਪੱਕ ਰਹਿਣਗੇ, ਸ਼ਰਧਾ ਭਾਵਨਾ ਨਾਲ ਬਾਣੀ ਪੜ੍ਹਨਗੇ, ਸਾਡੇ ਸਿੰਘਾਂ ਦੀ ਰਸਨਾ ਹੀ ਅਰਥ ਕਰਿਆ ਕਰੇਗੀ। ਇਹ ਐਸੀਆਂ ਬਖਸ਼ਿਸ਼ਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤੀਆਂ। ਇਸ ਕਰਕੇ ਜਿੰਨੇ ਮਹਾਂਪੁਰਖ ਹੋਏ ਆ ਦਮਦਮੀ ਟਕਸਾਲ ਵਾਲੇ, ਉਹਨਾਂ ਨੂੰ ਸਾਧ ਸੰਗਤ ਜੀ ਉਹ ਬੇਅੰਤ ਅਰਥ ਕੰਠੀ ਸਨ ਨਾ ਸਾਰੇ। ਤੇ ਕਿੰਨੇ ਕਿੰਨੇ ਜਦੋਂ ਇਹ ਆਪਾਂ ਮਹਾਰਾਜ ਦੀ ਕਥਾ ਜਦੋਂ ਪੜ੍ਹਦੇ ਹਾਂ ਤੇ ਫਿਰ ਮਹਾਰਾਜ ਸਾਹਿਬ ਜੀ ਦੇ ਸਾਜੇ ਨਵਾਜੇ ਪੰਥ ਦੇ ਉਹਨਾਂ ਮਹਾਂਪੁਰਖਾਂ ਦਾ ਜੀਵਨ ਪੜ੍ਹੀਏ ਤੇ ਫਿਰ ਸਮਝ ਆਉਂਦੀ ਹੈ ਵੀ ਜੇ ਐਸੇ ਗੁਰਸਿੱਖ ਇੰਨੇ ਇੰਨੇ ਘੰਟੇ ਕਥਾ ਕਰਦੇ ਤੇ ਫਿਰ ਗੁਰੂ ਕਲਗੀਧਰ ਪਾਤਸ਼ਾਹ ਦੀ ਤੇ ਕਿਹੜੀ ਗੱਲ ਕੋਈ ਕਹਿ ਸਕਦਾ। ਮਹਾਰਾਜ ਸਾਹਿਬ ਜੀ ਦੀਆਂ ਫਿਰ ਚਲਾਈਆਂ ਟਕਸਾਲਾਂ ਇਹ ਸੀਨਾ ਬਸੀਨਾ ਸਾਧ ਸੰਗਤ ਜੀ ਚੱਲੀਆਂ ਗੁਰੂ ਕੀ ਕਾਂਸ਼ੀ ਤੋਂ। ਤੇ ਫਿਰ ਦਮਦਮੀ ਟਕਸਾਲ ਬਾਬਾ ਦੀਪ ਸਿੰਘ ਸਾਹਿਬ ਜੀ ਤੋਂ ਬਾਅਦ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਸ਼ਹੀਦ। ਜਿਵੇਂ ਬਾਬਾ ਦੀਪ ਸਿੰਘ ਜੀ ਦਾ ਸਥਾਨ ਬਣਿਆ ਨਾ ਅੰਮ੍ਰਿਤਸਰ ਸਾਹਿਬ ਪ੍ਰਕਰਮਾ ਦੇ ਵਿੱਚ ਤੇ ਉਹਦਾ ਸ਼ਹੀਦੀ ਸਥਾਨ, ਇਸੇ ਤਰ੍ਹਾਂ ਜਿਹੜੇ ਦਮਦਮੀ ਟਕਸਾਲ ਦੇ ਦੂਸਰੇ ਮਹਾਂਪੁਰਖ ਸੀ ਉਹਨਾਂ ਦਾ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਸ਼ਹੀਦੀ ਸਥਾਨ ਬਣਿਆ ਹੋਇਆ ਬਾਬਾ ਗੁਰਬਖਸ਼ ਸਿੰਘ ਜੀ ਦਾ। ਇਸ ਤਰ੍ਹਾਂ ਹੋਰ ਮਹਾਂਪੁਰਖ, ਫਿਰ ਇਸੇ ਤਰ੍ਹਾਂ
ਸੋ ਮਹਾਂਪੁਰਖ ਗੁਰਮੁਖ ਪਿਆਰੇ 10ਵੇਂ ਮਹਾਂਪੁਰਖ ਟਕਸਾਲ ਦੇ ਹੋਏ ਸੰਤ ਬਾਬਾ ਬਿਸ਼ਨ ਸਿੰਘ ਸਾਹਿਬ ਜੀ ਦਮਦਮੀ ਟਕਸਾਲ ਦੇ, 11ਵੇਂ ਮਹਾਂਪੁਰਖ ਸੰਤ ਬਾਬਾ ਸੁੰਦਰ ਸਿੰਘ ਸਾਹਿਬ ਜੀ ਖਾਲਸਾ ਪਿੰਡਰਾਂ ਵਾਲੇ, ਤੇ 12ਵੇਂ ਮਹਾਂਪੁਰਖ ਗੁਰਮੁਖ ਪਿਆਰੇ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਤੇ 13ਵੇਂ ਥਾਂ ਤੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, 14ਵੇਂ ਥਾਂ ਤੇ ਸੰਤ ਬਾਬਾ ਜਰਨੈਲ ਸਿੰਘ ਸਾਹਿਬ ਜੀ ਖਾਲਸਾ ਮਹਾਂਪੁਰਖ। ਤੋ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਥੇ ਇਹ ਬਖਸ਼ਿਸ਼ ਕੀਤੀ। ਸਾਬੋ ਕੀ ਤਲਵੰਡੀ ਨੂੰ ਗੁਰੂ ਕੀ ਕਾਂਸ਼ੀ ਹੋਣ ਦਾ ਵਰਦਾਨ ਮਹਾਰਾਜ ਸਾਹਿਬ ਜੀ ਨੇ ਬਖਸ਼ਿਆ, ਤਾਂ ਇੱਥੋਂ ਇਹ ਰਹਿਮਤਾਂ ਸਤਿਗੁਰੂ ਜੀ ਨੇ ਕੀਤੀਆਂ। ਤੋ ਇਸ ਤਰ੍ਹਾਂ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀਵਾਨ ਸਜਦਾ ਹੈ ਸਾਬੋ ਕੀ ਤਲਵੰਡੀ, ਔਰ ਪ੍ਰੇਮੀ ਸਿੱਖ ਗੁਰੂ ਕੇ ਪਿਆਰੇ ਗੁਰੂ ਕੀ ਬਾਣੀ ਦਾ ਕੀਰਤਨ ਗਾਉਂਦੇ ਹਨ। ਤੇ ਫਿਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗੁਰੂ ਕੇ ਪਿਆਰ ਵਾਲੇ ਆਉਂਦੇ ਹਨ। ਇੱਥੋਂ ਸ੍ਰੀ ਪ੍ਰਭੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਇੱਕ ਦਿਨ ਆਪਣੇ ਘੋੜੇ ਤੇ ਸਵਾਰ ਹੋ ਕਰਕੇ ਤੇ ਸ਼ਿਕਾਰ ਖੇਡਣ ਵਾਸਤੇ ਸਤਿਗੁਰੂ ਜੀ ਚੱਲੇ। ਨਾਲ ਗੁਰੂ ਕੇ ਸਿੰਘ ਜਿਹੜੇ ਉਹ ਵੀ ਘੋੜਿਆਂ ਤੇ ਸਵਾਰ ਹੋ ਕਰਕੇ ਬਹੁਤੇ ਚੱਲ ਪਏ। ਜਦੋਂ ਸਤਿਗੁਰੂ ਜੀ ਆਪਣੇ ਪੜਾਅ ਤੋਂ ਸਾਬੋ ਕੀ ਤਲਵੰਡੀ ਤੋਂ ਮਹਾਰਾਜ ਸਾਹਿਬ ਜੀ ਹਾਲੇ ਸਵਾਰ ਹੋ ਕੇ ਨਿਕਲਣ ਲੱਗੇ ਹਨ ਬਾਹਰ ਨੂੰ, ਇੱਕ ਮਾਈ ਆ ਕੇ ਅੱਗੇ ਖਲੋ ਗਈ ਮਹਾਰਾਜ ਦੇ ਘੋੜੇ ਦੇ। ਸਤਿਗੁਰੂ ਆਪਣੇ ਪੜਾਅ ਤੇ ਜਿੱਥੇ ਪੜਾਅ ਲਾਇਆ ਸੀ ਨਾ ਸਾਬੋ ਕੀ ਤਲਵੰਡੀ ਕਿਲੇ ਦੇ ਬਾਹਰ, ਤਾਂ ਜਦੋਂ ਮਹਾਰਾਜ ਸਾਹਿਬ ਜੀ ਬਾਹਰ ਨੂੰ ਚੱਲੇ ਜੀਆਂ ਦੀ ਕਲਿਆਣ ਕਰਨ ਵਾਸਤੇ, ਸ਼ਿਕਾਰ ਖੇਲਣ ਵਾਸਤੇ, ਤੇ ਇੱਕ ਬੀਬੀ ਆ ਕੇ ਖਲੋ ਗਈ ਹੈ ਸਾਹਮਣੇ। ਤਾਂ ਉਸਨੇ ਖਲੋ ਕਰਕੇ ਇੱਕ ਸੱਦ ਗਾਇਆ, ਫਿਰ ਸੱਦ ਉੱਚੀ ਆਵਾਜ਼ ਦੇ ਨਾਲ, ਲੰਮੀ ਹੇਕ ਦੇ ਨਾਲ ਇੱਕ ਗੀਤ ਗਾਇਆ, ਇੱਕ ਸੱਦ ਗਾਇਆ ਉਸ ਬੀਬੀ ਨੇ। ਉਹ ਇਸ ਤਰ੍ਹਾਂ ਗਾਇਆ ਉਹਨੇ, ਬਿਨੈ ਕਰੇਂਦੀ ਵੇ ਸਤਿਗੁਰ ਗੋਬਿੰਦ ਸਿੰਘ ਅੱਗੇ, ਹਾਂ ਇਹ ਉਹਨੇ ਲੰਮੀ ਹੇਕ ਨਾਲ ਸਾਰਾ ਸੱਦ ਗਾਇਆ ਮਹਾਰਾਜ ਸਾਹਿਬ ਜੀ ਦੀ ਖੁਸ਼ੀ ਲੈਣ ਵਾਸਤੇ। ਸੋਹਣੀ ਦਾੜੀ ਬੀਬੀ ਪੱਗੇ, ਇਹਦੇ ਅਰਥ ਬਾਅਦ ਚ ਕਰਾਂਗੇ। ਹਾਂਜੀ, ਇਹ ਜੇ ਲੰਮੀ ਹੇਕ ਨਾਲ, ਗੋਤ ਵੜਾਏ ਚ ਪਿੰਡ ਹੈ ਚੱਬੇ, ਖਾਲੀ ਚੱਲੀ ਜੇ ਇੱਕ ਫਲ ਲੱਗੇ। ਜਦੋਂ ਉਹਨੇ ਗਾਇਆ ਨਾ ਲੰਮੀ ਹੇਕ ਨਾਲ, ਇਹਦਾ ਅਰਥ ਇਹ ਆ ਸਾਧ ਸੰਗਤ ਜੀ, ਬਿਨੈ ਕਰੇਂਦੀ ਵੇ ਸਤਿਗੁਰ ਗੋਬਿੰਦ ਸਿੰਘ ਅੱਗੇ। ਕਹਿੰਦੀ ਆ ਕਿ ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਜੀ ਦੇ ਅੱਗੇ ਬੇਨਤੀ ਕਰਦੀ ਆ। ਸੋਹਣੀ ਦਾੜੀ ਬੀਬੀ ਪੱਗੇ, ਮਹਾਰਾਜ ਆਪ ਜੀ ਦੀ ਸੋਹਣੀ ਦਾੜੀ ਆ ਤੇ ਆਪ ਜੀ ਦੀ ਬੀਬੀ ਪੱਗੇ, ਸੋਹਣੀ ਬਹੁਤ ਫੱਬੀ ਹੋਈ ਜਿਹੜੀ ਦਸਤਾਰ ਆ, ਆਪ ਜੀ ਦੀ ਦਸਤਾਰ ਵੀ ਬੜੀ ਸੋਹਣੀ ਹੈ। ਗੋਤ ਵੜਾਏ ਚ ਪਿੰਡ ਚੱਬੇ, ਪਿੰਡ ਹੈ ਚੱਬੇ, ਮੇਰੀ ਗੋਤ ਉਹ ਵੜਾਏ ਚ ਵਾ ਤੇ ਮੇਰਾ ਪਿੰਡ ਚੱਬੇ ਆ, ਚੱਬੇ ਪਿੰਡ ਦੀ ਮੈਂ ਰਹਿਣ ਵਾਲੀ ਆ। ਖਾਲੀ ਚੱਲੀ ਜੇ ਇੱਕ ਫਲ ਲੱਗੇ, ਮਹਾਰਾਜ ਮੈਂ ਸੰਸਾਰ ਤੋਂ ਖਾਲੀ ਚਲੇ ਚੱਲੀ ਆ ਤੇ ਮੈਨੂੰ ਇੱਕ ਫਲ ਮਿਲ ਜਾਵੇ, ਭਾਵ ਪੁੱਤਰ ਦੀ ਪ੍ਰਾਪਤੀ ਹੋ ਜਾਵੇ, ਮੈਂ ਖਾਲੀ ਚਲੇ ਚੱਲੀ। ਇਹ ਸੱਦ ਗਾਇਆ ਉਸ ਬੀਬੀ ਨੇ। ਮਾਰੇ ਘੋੜੇ ਤੇ ਸਵਾਰ ਸੀ ਨਾ, ਜਾ ਰਹੇ ਸੀ ਸ਼ਿਕਾਰ ਖੇਡਣ ਵਾਸਤੇ, ਜੀਆਂ ਦੀ ਕਲਿਆਣ ਕਰਨ ਵਾਸਤੇ। ਜਦੋਂ ਉਹਨੇ ਉੱਚੀ ਆਵਾਜ਼ ਨਾਲ ਗਾਇਆ ਤੇ ਸਤਿਗੁਰੂ ਜੀ ਨੇ ਉਧਰ ਨੂੰ ਵੇਖਿਆ, ਫਿਰ ਉਸ ਬੀਬੀ ਵੱਲ ਨੂੰ ਵੇਖ ਕਰਕੇ ਮਹਾਰਾਜ ਮੁਸਕਰਾਏ ਤੇ ਕਹਿਣ ਲੱਗੇ ਵੀ ਇੱਕ ਵਾਰੀ ਫੇਰ ਗਾ, ਇਹ ਬੀਬੀ ਇੱਕ ਵਾਰੀ ਫੇਰ ਗਾ ਜਿਹੜਾ ਤੂੰ ਇਹ ਸੱਦ ਗਾਇਆ। ਉਹਨੇ ਫੇਰ ਉਸੇ ਤਰ੍ਹਾਂ ਦੁਬਾਰਾ ਗਾ ਦਿੱਤਾ, ਗਰੀਬ ਨਵਾਜ਼ ਸਾਹਿਬ ਜੀ ਨੂੰ ਸੁਣਾ ਦਿੱਤਾ। ਕਹਿਣ ਲੱਗੀ, ਬਿਨੈ ਕਰੇਂਦੀ ਵੋ ਸਤਿਗੁਰ ਗੋਬਿੰਦ ਸਿੰਘ ਅੱਗੇ, ਸੋਹਣੀ ਦਾੜੀ ਬੀਬੀ ਪੱਗੇ, ਗੋਤ ਵੜਾਏ ਚ ਪਿੰਡ ਹੈ ਚੱਬੇ, ਖਾਲੀ ਚੱਲੀ ਜੇ ਇੱਕ ਫਲ ਲੱਗੇ। ਇਸ ਤਰ੍ਹਾਂ ਮਹਾਰਾਜ ਨੇ ਉਸ ਨੂੰ ਆਖਿਆ, ਉਹਨੇ ਦੋਹਰੀ ਵਾਰ ਸੁਣਾ ਦਿੱਤਾ। ਹਾਂਜੀ, ਮਹਾਰਾਜ ਦਾ ਬਚਨ ਸੁਣ ਕੇ ਉਸਨੇ ਦੂਸਰੀ ਵਾਰੀ ਇਹ ਗਾਵਿਆ,
ਜਿਵੇਂ ਪਹਿਲੀ ਵਾਰੀ ਗਾਇਆ ਸੀ ਉਸੇ ਤਰ੍ਹਾਂ ਦੂਜੀ ਵਾਰੀ ਗਾਇਆ ਇਹ ਸੱਦ। ਬੂਝੀ ਪ੍ਰਭੂ ਕਾਹੇ ਆਈ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪ੍ਰਭੂ ਨੇ ਪੁੱਛਿਆ ਕਿ ਹੇ ਬੀਬੀ ਤੂੰ ਕਿੱਥੋਂ ਆਈ ਹੈ? ਕੌਣ ਦੇਸ ਇਸ ਗ੍ਰਾਮ ਵਸਾਈ। ਤੇਰਾ ਦੇਸ਼ ਕਿਹੜਾ ਹੈ ਤੇ ਤੇਰਾ ਨਗਰ ਕਿਹੜਾ, ਕਿਹੜੇ ਨਗਰ ਵਿੱਚ ਵਸਦੀ ਹੈ? ਗੁਰੂ ਗਰੀਬ ਨਿਵਾਜ ਸਮੀਜੈ। ਕਹਿਣ ਲੱਗੀ ਗੁਰੂ ਗਰੀਬਾਂ ਨੂੰ ਨਿਵਾਜਣ ਵਾਲੇ ਸਤਿਗੁਰੂ ਜੀ ਸੁਣੋ। ਚੱਬਾ ਮਾਝੇ ਦੇਸ਼ ਵਿੱਚ ਨੀਜੈ। ਮਹਾਰਾਜ ਮਾਝੇ ਦੇਸ਼ ਵਿੱਚ ਚੱਬਾ ਪਿੰਡ ਹੈ ਮੇਰਾ, ਮਾਝੇ ਦੇ ਇਲਾਕੇ ਚੱਬਾ ਪਿੰਡ ਹੈ। ਸ੍ਰੀ ਅੰਮ੍ਰਿਤਸਰ ਦੱਖਣ ਪਾਸੇ। ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨੇੜੇ ਹੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦੱਖਣ ਦੇ ਪਾਸ, ਦੱਖਣ ਦੀ ਬਾਹੀ ਤੀਨ ਕੋਸ ਗ੍ਰਾਮ ਸਭਾ। ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਦੱਖਣ ਦੀ ਬਾਹੀ ਤਿੰਨਾਂ ਕੂਹਾਂ ਦੇ ਉੱਤੇ ਮੇਰਾ ਪਿੰਡ ਹੈ ਚੱਬਾ, ਉਥੋਂ ਦੇ ਮੈਂ ਵਸਣ ਵਾਲੀ ਹਾਂ। ਕਹਿੰਦੇ ਮੈਂ ਧਾਰੇ ਆਈ ਧਾਰੇ ਆਸਾ। ਮਹਾਰਾਜ ਉਥੋਂ ਮੈਂ ਆਸਾ ਧਰ ਕਰਕੇ ਆਈ ਹਾਂ। ਇਹ ਨਗਰ ਸਾਧ ਸੰਗਤ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨੇੜੇ, ਜੋ ਸ੍ਰੀ ਤਰਨਤਾਰਨ ਸਾਹਿਬ ਵਾਲੀ ਪੱਕੀ ਸੜਕ ਅੱਜ ਕੱਲ੍ਹ ਜਾਂਦੀ ਹੈ, ਉਸ ਦੇ ਉੱਤੇ ਹੈ। ਭਾਈ ਸਾਹਿਬ ਵੀਰ ਸਿੰਘ ਜੀ ਥੱਲੇ ਲਿਖਦੇ, ਆਪਾਂ ਚੱਬੇ ਪਿੰਡ ਨੂੰ ਸਾਰੇ ਜਾਣਦੇ ਹੀ ਹਾਂ ਵੀ ਹੁਣ ਨੇੜੇ ਰੇਲ ਦਾ ਸਟੇਸ਼ਨ ਬਣ ਗਿਆ ਹੈ, ਜਿਸ ਦਾ ਨਾਮ ਸੰਗਰਾਣਾ ਸਾਹਿਬ ਹੈ, ਕਿਉਂਕਿ ਸਟੇਸ਼ਨ ਦੇ ਨਾਲ ਹੀ ਇਸ ਨਾਮ ਦਾ ਗੁਰਦੁਆਰਾ ਹੈ। ਤੋ ਇਸ ਤਰ੍ਹਾਂ ਇਹ ਚੱਬਾ ਪਿੰਡ ਆਪਾਂ ਸਾਰੇ ਹੀ ਜਾਣਦੇ ਹਾਂ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨੇੜੇ ਜੋ ਹੈ। ਤਾਂ ਇਸ ਨੇ ਬੇਨਤੀ ਕੀਤੀ, ਮਹਾਰਾਜ ਮੈਂ ਉਸ ਚੱਬੇ ਪਿੰਡ ਤੋਂ ਆਈ ਹਾਂ ਆਸਾ ਧਰ ਕੇ ਪੁੱਤਰ ਦੀ। ਮਹਾਰਾਜ ਆਪ ਜੀ ਦੇ ਪਾਸੋਂ ਮੈਂ ਪੁੱਤਰ ਮੰਗਣ ਵਾਸਤੇ ਆਈ ਹਾਂ। ਸਤਿਗੁਰੂ ਜੀ ਜਦੋਂ ਆਪ ਜੀ ਸਭਾ ਵਿੱਚ ਬੈਠੇ ਸੀ ਨਾ, ਦੀਵਾਨ ਵਿੱਚ ਬੈਠੇ ਸਾਰੀ ਸੰਗਤ ਨੂੰ ਦਰਸ਼ਨ ਦੇ ਰਹੇ ਸੀ, ਉਸ ਵੇਲੇ ਮੇਰੇ ਤੋਂ ਮੰਗਿਆ ਨਹੀਂ ਗਿਆ, ਕਿਉਂਕਿ ਹਰ ਇੱਕ ਦੀ ਭਾਵਨਾ ਸਾਧ ਸੰਗਤ ਜੀ, ਹਰ ਇੱਕ ਦਾ ਸੁਭਾਅ ਹੈ। ਕੁਝ ਨਹੀਂ ਸੰਗਦੇ, ਕਈ ਸੰਗ ਵੀ ਜਾਂਦੇ ਆ ਮਹਾਰਾਜ ਸਾਹਿਬ ਜੀ ਦੇ ਸਾਹਮਣੇ। ਤਾਂ ਉਸਨੇ ਬੇਨਤੀ ਕੀਤੀ, ਮਹਾਰਾਜ ਸਭਾ ਦੇ ਵਿੱਚ ਮੇਰੇ ਤੋਂ ਮੰਗਿਆ ਨਹੀਂ ਗਿਆ ਆਪ ਜੀ ਦੇ ਪਾਸੋਂ, ਤੇ ਹੁਣ ਆਪ ਜੀ ਚੱਲੇ ਹੋ ਘੋੜੇ ਤੇ ਸਵਾਰ ਹੋ ਕੇ, ਤੇ ਮੈਂ ਸੱਦ ਦੇ ਵਿੱਚ ਹੀ ਆਪਣੀ ਬੇਨਤੀ ਕਰ ਦਿੱਤੀ, ਨਾਲੇ ਸੱਦ ਗਾ ਦਿੱਤਾ, ਨਾਲੇ ਆਪਣੀ ਮੰਗ ਲਈ ਹੈ। ਮਹਾਰਾਜ ਮੈਂ ਦੂਰੋਂ ਚੱਲ ਕੇ ਆਈ ਆ। ਕਿੰਨਾ ਪੈਂਡਾ ਪੈ ਜਾਂਦਾ ਹੈ ਸਾਧ ਸੰਗਤ ਜੀ, ਚੱਬੇ ਤੋਂ ਸਾਬੋ ਕੀ ਤਲਵੰਡੀ ਕਿੰਨਾ ਪੈਂਡਾ ਤੈਅ ਕਰਕੇ ਮਾਰੀ ਗਈ ਹੈ। ਮਹਾਰਾਜ ਮੈਂ ਦੂਰੋਂ ਚੱਲ ਕੇ ਆਈ ਹਾਂ, ਵੇਖੋ ਅੰਮ੍ਰਿਤਸਰ ਸਾਹਿਬ ਦੇ ਨੇੜਿਓਂ ਚੱਲ ਕੇ ਆਈ ਹਾਂ। ਇਹ ਗਰੀਬ ਨਵਾਜ ਮੇਰੀ ਕਾਮਨਾ ਪੂਰੀ ਕਰ ਦਿਓ, ਮੈਨੂੰ ਪੁੱਤਰ ਦੇ ਦਿਓ, ਮੈਂ ਆਪ ਜੀ ਦੀ ਸ਼ਰਨ ਤੱਕੀ ਹੈ। ਇਸ ਬੀਬੀ ਦੀ ਬੇਨਤੀ ਸੁਣ ਕਰਕੇ ਸਤਿਗੁਰੂ ਸਾਹਿਬ ਜੀ ਨੇ ਫਿਰ ਆਪਣੇ ਸਿੱਖ ਨੂੰ ਹੁਕਮ ਕੀਤਾ। ਮਹਾਰਾਜ ਕਹਿੰਦੇ ਵੀ ਸਿੱਖਾ, ਇੱਕ ਕਲਮ ਲੈ ਕੇ ਆ ਤੇ ਸ਼ਾਹੀ ਲੈ ਕੇ ਆ, ਕਾਗਜ਼ ਲੈ ਕੇ ਆ। ਤੇ ਸਿੱਖ ਛੇਤੀ ਜਾ ਕਰਕੇ ਸ਼ਾਹੀ ਕਲਮ ਕਾਗਜ਼ ਲੈ ਆਇਆ, ਤੇ ਸਤਿਗੁਰੂ ਜੀ ਨੇ ਘੋੜੇ ਉੱਤੇ ਬੈਠੇ ਹੋਇਆ ਸਵਾਰ ਹੋਇਆ ਹੀ ਫਿਰ ਕਾਗਜ਼ ਤੇ ਲਿਖ ਦਿੱਤਾ, ਮਾਈ ਨੂੰ ਪੁੱਤਰ। ਤੇ ਸਿੱਖ ਨੇ ਫਿਰ ਮਾਈ ਨੂੰ ਦੇਣ ਵਾਸਤੇ ਉਹ ਕਾਗਜ਼ ਪੜ੍ਹਿਆ, ਸਤਿਗੁਰੂ ਜੀ ਤੋਂ ਲਿਖਵਾ ਕੇ ਮਹਾਰਾਜ ਨੇ ਲਿਖ ਦਿੱਤਾ ਤੇ ਪੜ੍ਹਿਆ ਹਿੱਤ ਦੇ ਨਾਲ। ਨਾਲੇ ਸਤਿਗੁਰੂ ਜੀ ਨੇ ਲਿਖ ਕੇ ਉਹ ਸਿੱਖ ਨੂੰ ਕਾਗਜ਼ ਪੜਾਇਆ ਵੀ ਮਾਈ ਨੂੰ ਦੇ ਦੇ ਕਾਗਜ਼, ਲਿਖ ਦਿੱਤਾ ਪੁੱਤਰ। ਤੇ ਕਹਿਣ ਲੱਗੇ ਘੋੜੇ ਤੇ ਬੈਠੇ ਹੋਏ ਵੀ ਮਾਈ ਤੈਨੂੰ ਪੁੱਤਰ ਦੇ ਦਿੱਤਾ, ਇੱਕ ਪੁੱਤਰ ਤੈਨੂੰ ਦੇ ਦਿੱਤਾ ਹੈ। ਜਦੋਂ ਸਿੱਖ ਨੇ ਹੱਥ ਵਿੱਚ ਕਾਗਜ਼ ਫੜਿਆ ਤੇ ਕਾਗਜ਼ ਨੂੰ ਫੜ ਕੇ ਵੇਖਿਆ ਸਿੱਖ ਨੇ ਤੇ ਜਾਣਿਆ ਹੁਣ ਗੁਰਮੁਖੀ ਦਾ ਜਿਹੜਾ ਏਕਾ ਵਾ ਤੇ ਸਾਦਾ ਵਾ, ਉਹ ਥੋੜਾ ਜਿਹਾ ਹੀ ਫਰਕ ਆ ਸਾਧ ਸੰਗਤ ਜੀ। ਜੇ ਉਹ ਤੋਂ ਪੂਰੀ ਗੋਲ ਉਹ ਕੁੰਡੀ ਜੀ ਬਣ ਜਾਵੇ ਤੇ ਏਕਾ ਬਣ ਜਾਂਦਾ ਵਾ, ਤੇ ਜੇ ਉਹ ਗੋਲ ਕੁੰਡੀ ਨਾ ਬਣੇ ਤੇ ਏਕੇ ਦਾ ਸਾਦਾ ਬਣ ਜਾਂਦਾ। ਤੇ ਸਿੱਖ ਨੇ ਆਖਿਆ ਮਹਾਰਾਜ ਇਹ ਤਾਂ ਸਾਦਾ ਬਣ ਗਿਆ ਹੈ, ਇਹ ਇੱਕ ਅੰਕ ਤਾਂ ਨਹੀਂ, ਇਹ ਤਾਂ ਸਾਦਾ ਪਿਆ ਹੈ। ਮਹਾਰਾਜ ਤੁਸੀਂ ਮੁੱਖ ਤੇ ਆਖਿਆ ਵਾ ਵੀ ਇਹ ਬੀਬੀ ਤੈਨੂੰ ਇੱਕ ਪੁੱਤਰ ਦਿੱਤਾ, ਪਰ ਕਾਗਜ਼ ਉੱਤੇ ਤੇ ਸਾਦਾ ਬਣਿਆ ਹੋਇਆ ਹੈ। ਜਦੋਂ ਸਿੱਖ ਨੇ ਬੇਨਤੀ ਕੀਤੀ ਨਾ, ਤੇ ਸਿੱਖ ਦੀ ਬੇਨਤੀ ਸੁਣ ਕੇ ਮਹਾਰਾਜ ਕਹਿੰਦੇ ਉਹਦੇ ਬੀਬੀ ਦੇ ਘਰੇ 7 ਹੀ ਹੋਣਗੇ। ਸਤਿ ਸ੍ਰੀ ਅਕਾਲ। ਮਹਾਰਾਜ ਕਹਿਣ ਲੱਗੇ ਹੁਣ 7 ਪੁੱਤਰ ਹੀ ਹੋਣਗੇ।
ਜਾਜਿਓ ਹੋਏ। ਮਹਾਰਾਜ ਕਹਿੰਦੇ ਸਿੰਘਾ ਦੂਰੋਂ ਆਈ ਹੈ ਨਾ ਬੀਬੀ, ਦੂਰੋਂ ਆ ਕੇ ਇਹਨੇ ਮੰਗੇ ਹੋਣੇ ਦੇ ਘਰੇ ਇੱਕ ਨਹੀਂ ਹੁਣ 7 ਹੀ ਹੋਣਗੇ। ਲੈ ਕਾਗਦ ਇਸਤਰੀ ਹਥਾਈ। ਉਹ ਕਾਗਜ਼ ਲੈ ਕਰਕੇ ਤੇ ਇਹ ਇਸਤਰੀ ਇਹ ਮਾਈ ਬਹੁਤ ਖੁਸ਼ ਹੋਈ। ਕਾਲ ਬੰਧਨ ਨੂੰ ਸਦਨ ਸਜਾਈ। ਮਹਾਰਾਜ ਜੀ ਨੂੰ ਬੰਦਨਾ ਕਰਕੇ ਆਪਣੇ ਘਰ ਨੂੰ ਚਲੇ ਗਏ। ਸਮਾਂ ਪਾਏ ਸਾਥ ਆਏ। ਤੇ ਸਮਾਂ ਪਾ ਕਰਕੇ ਫਿਰ ਇਸ ਬੀਬੀ ਦੇ ਘਰ ਵਿੱਚ ਸਮੇਂ ਦੇ ਨਾਲ 7 ਪੁੱਤਰ ਪ੍ਰਗਟ ਹੋਏ। 7 ਪੁੱਤਰ ਪੈਦਾ ਹੋਏ ਗੁਰ ਮਹਿਮਾ ਗੁਰ ਗੋਬਿੰਦ ਸਾਈ। ਤੇ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੀ ਮਹਿਮਾ ਨੂੰ ਬਹੁਤ ਪ੍ਰਗਟ ਕੀਤਾ, ਉਹਨਾਂ ਸੱਤਾਂ ਨੇ ਨਾਲੇ ਮਾਈ ਨੇ ਬਹੁਤ ਪ੍ਰਗਟ ਕੀਤਾ ਵੀ ਆ ਮੇਰੇ 7 ਪੁੱਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨਾਂ ਨਾਲ ਹੋਏ ਆ। ਤੇ ਉਹ ਵੀ ਕਹਿੰਦੇ ਰਹੇ ਹੋਣੇ ਜਿੰਨਾ ਚਿਰ ਜੀਵਨ ਰਿਹਾ ਵੀ ਸਾਡਾ ਜਨਮ ਜਿਹੜਾ 10ਵੇਂ ਪਾਤਸ਼ਾਹ ਦੇ ਬਚਨਾਂ ਨਾਲ ਹੋਇਆ। ਸਾਡਾ ਜਨਮ ਸੰਸਾਰ ਵਿੱਚ ਅਸੀਂ ਤਾਂ ਆਏ ਆ, ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨਾਂ ਦੇ ਨਾਲ ਸਾਡਾ ਜਨਮ ਹੋਇਆ। ਤਾਂ ਇਹ ਮਾਈ ਦਾ ਨਾਮ ਨਹੀਂ ਇੱਥੇ ਆਇਆ ਸਾਧ ਸੰਗਤ ਜੀ। ਉਂਝ ਮਹਾਂਪੁਰਖਾਂ ਨੇ ਗੁਰਮੁਖਾਂ ਨੇ ਦੱਸਿਆ ਕਿ ਇਸ ਮਾਈ ਦਾ ਨਾਮ ਸੀ ਮਾਈ ਸੁਲੱਖਣੀ, ਬੀਬੀ ਸੁਲੱਖਣੀ। ਪਰ ਇਸੇ ਤਰ੍ਹਾਂ ਦਾ ਇੱਕ ਗਾਥਾ ਪੂਰਾ ਸੇਮ ਇਤਿਹਾਸ ਇਸੇ ਤਰ੍ਹਾਂ ਦਾ 6ਵੇਂ ਪਾਤਸ਼ਾਹ ਦੇ ਜੀਵਨ ਵਿੱਚ ਆਉਂਦਾ। ਇਸੇ ਪਵਿੱਤਰ ਗ੍ਰੰਥ ਦੇ ਵਿੱਚ ਵੀ ਆਇਆ। ਤਾਂ ਉਹ 6ਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਵੀ ਇੱਕ ਦੀ ਥਾਂ ਤੇ ਉਸ ਮਾਈ ਨੂੰ 7 ਪੁੱਤਰ ਬਖਸ਼ਿਸ਼ ਕੀਤੇ ਸੀ। ਇੱਕ ਦੀ ਥਾਂ ਤੇ 7। ਤੇ ਗੁਰਮੁਖਾਂ ਨੇ ਦੱਸਿਆ ਉਂਝ ਵੀ ਉਸ ਮਾਈ ਦਾ ਨਾਮ ਇਹ ਬੀਬੀ ਦੇਸਾਂ ਸੀ। ਕਈਆਂ ਇਤਿਹਾਸਕਾਰਾਂ ਨੇ ਉਸ ਦਾ ਨਾਮ ਵੀ ਸੁਲੱਖਣੀ ਲਿਖਿਆ। ਇੱਥੇ ਤਾਂ ਨਾਮ ਆਇਆ ਨਹੀਂ, ਪਰ ਇੱਥੋਂ ਦਾ ਦੱਸਿਆ ਜਾਂਦਾ ਵੀ ਇਹ ਬੀਬੀ ਦਾ ਨਾਮ ਬੀਬੀ ਸੁਲੱਖਣੀ ਸੀ। ਉਸ ਮਾਈ ਦਾ ਨਾਮ ਮਾਈ ਦੇਸਾਂ ਸੀ, ਜਿਸ ਨੂੰ ਮਹਾਰਾਜ ਸਾਹਿਬ ਜੀ ਨੇ 7 ਪੁੱਤਰ ਦਿੱਤੇ। ਉਂਝ ਕਈਆਂ ਇਤਿਹਾਸਕਾਰਾਂ ਨੇ ਉਸ ਬੀਬੀ ਦਾ ਨਾਮ ਵੀ ਬੀਬੀ ਸੁਲੱਖਣੀ ਲਿਖਿਆ, ਜਿਸ ਨੂੰ 6ਵੇਂ ਪਾਤਸ਼ਾਹ ਮਹਾਰਾਜ ਨੇ 7 ਪੁੱਤਰ ਦਿੱਤੇ ਸੀ ਇੱਕ ਦੀ ਥਾਂ ਤੇ ਉਹਦਾ ਜ਼ਿਕਰ ਆਉਂਦਾ ਹੈ। ਕਈਆਂ ਗੁਰਮੁਖਾਂ ਨੇ ਲਿਖਿਆ ਦੱਸਿਆ ਕਿ ਜਦੋਂ 7 ਪੁੱਤਰ ਮਹਾਰਾਜ ਨੇ ਦੇਤੇ ਨਾ ਇੱਕ ਦੀ ਥਾਂ ਤੇ 6ਵੇਂ ਪਾਤਸ਼ਾਹ, ਫਿਰ ਆਖਿਆ ਸੀ ਵੀ ਮਾਈ ਹੁਣ ਤੂੰ ਇੱਕ ਲੈਣ ਵਾਸਤੇ ਆਈ ਸੀ, ਤੇਰੇ ਘਰੇ ਹੋਣਗੇ 7, ਇੱਕ ਤੂੰ ਰੱਖ ਲਈ ਤੇ 6 ਸੇਵਾ 'ਚ ਦੇ ਦੇਵੀਂ। ਉਹਨੇ ਕਿਹਾ ਵੀ ਨਾ ਮਹਾਰਾਜ, ਇੱਕ ਘਰ-ਬਾਰ, ਇੱਕ ਜਿਹੜਾ ਉਹ ਜ਼ਮੀਨ ਸੰਭਾਲਿਆ ਕਰੂਗਾ, ਇੱਕ ਖੇਤੀ ਕਰਿਆ ਕਰੂਗਾ, ਇੱਕ ਖੂਹ ਚਲਾਇਆ ਕਰੂਗਾ, ਇੱਕ ਪਸ਼ੂ ਸਾਂਭਿਆ ਕਰੂਗਾ, ਇੱਕ ਧਾਰਾਂ ਕੱਢਿਆ ਕਰੂਗਾ, ਇੱਕ ਦੁੱਧ ਸੰਭਾਲਿਆ ਕਰੂ। ਉਹਨੇ ਸਾਰੇ ਗਿਣ ਕੇ ਦੱਸ ਦਿੱਤੇ, ਇੱਕ ਉੱਤੇ ਸਾਰਿਆਂ ਦੇ ਨੰਬਰਦਾਰੀ ਕਰੂਗਾ। ਮਹਾਰਾਜ ਵਿਹਲਾ ਨਹੀਂ ਕੋਈ ਵੀ ਹੋਣਾ, ਹਾਲੇ ਹੋਏ ਨਹੀਂ ਸੀ ਜਦੋਂ ਮੰਗੇ। ਇਸੇ ਤਰ੍ਹਾਂ ਹੀ ਆ ਵੀ ਬੰਦਾ ਗੁਰੂ ਸਾਹਿਬ ਜੀ ਦੇ ਪਾਸੋਂ ਮੰਗਦਾ ਸਭ ਕੁਝ ਹੀ ਆ, ਤੇ ਫਿਰ ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਦੇਣ ਲੱਗਿਆ ਫਿਰ ਘਬਰਾਉਂਦਾ ਜਿਹਾ। ਤੇ ਐਸੇ ਵੀ ਆ ਗੁਰਮੁਖ ਜਿਨ੍ਹਾਂ ਨੇ ਸਾਰਾ ਤਨ ਮਨ ਧਨ ਵੀ ਆਪਣਾ ਗੁਰੂ ਸਾਹਿਬ ਜੀ ਨੂੰ ਸੌਂਪ ਦਿੱਤਾ। ਇੱਕ ਸੰਸਾਰੀ ਜੀਵ ਵਾ ਉਹ ਸਤਿਗੁਰਾਂ ਤੋਂ ਮੰਗਦਾ ਹੀ ਮੰਗਦਾ ਵਾ, ਦਿੰਦਾ ਘੱਟ ਹੀ ਹੈ। ਤੇ ਗੁਰੂ ਸਾਹਿਬ ਜੀ ਨੂੰ ਦੇਣਾ ਕੀ, ਅਸੀਂ ਤਾਂ ਲੈਣਾ ਹੀ ਆ ਗੁਰੂ ਸਾਹਿਬ ਦੇ ਪਾਸੋਂ। ਸਤਿਗੁਰੂ ਦਾਤੇ ਆ, ਸੰਸਾਰ ਸਾਰਾ ਭਿਖਾਰੀ ਆ। ਪਰ ਗੁਰੂ ਦੇ ਦਿੱਤੇ ਵਿੱਚੋਂ ਵੀ ਜੇ ਕੁਝ ਤਨ ਮਨ ਧਨ ਗੁਰੂ ਕੀ ਸੇਵਾ 'ਚ ਕੋਈ ਹਾਜ਼ਰ ਕਰਦਾ ਹੈ ਤੇ ਸਤਿਗੁਰੂ ਹੋਰ ਚੌਗਣੀ ਖੁਸ਼ੀ ਕਰਦੇ ਆ। ਜਿਸ ਕੀ ਬਸਤ ਤਿਸ ਆਗੈ ਰਾਖੈ, ਪ੍ਰਭ ਕੀ ਆਗਿਆ ਮਾਨੈ ਮਾਥੈ, ਉਸ ਤੇ ਚੌਗੁਣ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਇਆਲ। ਗੁਰੂ ਸਾਹਿਬ ਜੀ ਦਾ ਹੀ ਸਾਰਾ ਕੁਝ ਦਿੱਤਾ ਹੋਇਆ। ਤਨ ਵੀ ਮਹਾਰਾਜ ਨੇ ਦਿੱਤਾ, ਮਨ ਵੀ ਗੁਰੂ ਸਾਹਿਬ ਨੇ ਦਿੱਤਾ, ਧਨ ਵੀ ਮਹਾਰਾਜ ਦਾ ਹੀ ਦਿੱਤਾ ਹੋਇਆ। ਤਨ ਮਨ ਧਨ ਸਾਰਾ ਕੁਝ ਮਹਾਰਾਜ ਦਾ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ, ਤਿਨ ਹੀ ਸੁਣਿਆ ਦੁੱਖ ਸੁੱਖ ਮੇਰਾ, ਤਉ ਬਿਦ ਨੀਕੇ ਖਟਾਨੀ। ਤੇ ਕਈ ਐਸੇ ਵੀ ਗੁਰਸਿੱਖ ਹੋਏ ਜਿਨ੍ਹਾਂ ਨੇ ਸਾਧ ਸੰਗਤ ਜੀ ਆਪਣਾ ਸਾਰਾ ਪਰਿਵਾਰ ਹੀ ਗੁਰੂ ਸਾਹਿਬ ਦੀ ਸੇਵਾ ਚ ਲਾ ਦਿੱਤੇ। ਜਿਵੇਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, 12 ਸਾਲਾਂ ਦੀ ਉਮਰ ਸੀ ਬਾਬਾ ਬੁੱਢਾ ਸਾਹਿਬ ਦੀ ਜਦੋਂ ਮਹਾਰਾਜ ਨਾਲ ਪਹਿਲਾ ਮਿਲਾਪ ਹੋਇਆ। ਤੇ ਮਹਾਰਾਜ ਨੇ ਆਖਿਆ ਵੀ ਕਾਕਾ ਤੇਰੀ ਉਮਰ ਤੇ ਛੋਟੀ, ਤੇਰੀਆਂ ਗੱਲਾਂ ਬੁੱਢਿਆਂ ਵਾਲੀਆਂ। ਉਹ ਐਸਾ ਬਚਨ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕੀਤਾ, 12 ਸਾਲਾਂ ਦੀ ਉਮਰ ਦੇ ਵਿੱਚ ਹੀ ਬਾਬਾ ਬੁੱਢਾ ਸਾਹਿਬ ਬਣਾ ਦਿੱਤੇ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ, ਸਮਾਧੀ ਲੱਗ ਗਈ ਹੈ, ਚੌਂਕੜਾ ਲਾ ਕੇ ਬੈਠੇ। ਭਾਈ ਬਾਲਾ ਜੀ ਨੇ ਪੁੱਛਿਆ ਸੀ ਮਹਾਰਾਜ ਵੀ ਆ ਬੱਚੇ ਨੇ ਸਿਰਫ ਆਪ ਜੀ ਨੂੰ ਲਿਆ ਕੇ ਦੁੱਧ ਹੀ ਛਕਾਇਆ ਵਾ, ਹੋਰ ਕੋਈ ਸੇਵਾ ਨਹੀਂ ਕੀਤੀ, ਕੋਈ ਜਪ ਨਹੀਂ ਕੀਤਾ, ਕੋਈ ਤਪ ਨਹੀਂ ਕੀਤਾ, ਕੋਈ ਸੇਵਾ ਕੋਈ ਸਿਮਰਨ ਨਹੀਂ ਕੀਤਾ। ਮਹਾਰਾਜ ਇਹਨੂੰ ਤੁਸੀਂ ਬ੍ਰਹਮ ਗਿਆਨ ਦੀ ਦਾਤ ਹੁਣੇ ਹੀ ਦੇ ਦਿੱਤੀ। ਤੇ ਸਤਿਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਸੀ ਕਿ ਭਾਈ ਬਾਲਿਆ
ਦੀਵਾ ਤਿਆਰ ਹੋਵੇ, ਬੱਤੀ ਵਿੱਚ ਪਈ ਹੋਵੇ, ਤੇਲ ਵਿੱਚ ਪਿਆ ਹੋਵੇ ਤੇ ਉਹਨੂੰ ਜਗਾਉਣਾ ਹੀ ਹੁੰਦਾ ਵਾ, ਜਗ ਪੈਂਦਾ ਵਾ ਤੇ ਉਹ ਫਿਰ ਜਗਿਆ ਹੋਇਆ ਦੀਵਾ ਹੋਰ ਕਈਆਂ ਬੁਝਿਆ ਹੋਇਆਂ ਨੂੰ ਜਗਾਉਂਦਾ ਵਾ। ਮਹਾਰਾਜ ਕਹਿੰਦੇ ਪਹਿਲੋਂ ਹੀ ਇਹਦਾ ਸਾਰਾ ਕੁਝ ਕੀਤਾ ਹੋਇਆ ਸੀ। ਜਿਵੇਂ ਸਾਧ ਸੰਗਤ ਜੀ ਕਈਆਂ ਨੂੰ ਮਹਾਰਾਜ ਸਾਹਿਬ ਜੀ ਗਰੀਬ ਨਵਾਜ਼ ਛੋਟੀ ਉਮਰੇ ਹੀ ਬਖਸ਼ਿਸ਼ਾਂ ਕਰ ਦਿੰਦੇ ਆ, ਇਹ ਤਾਂ ਸਤਿਗੁਰੂ ਜਾਣਦੇ, ਉਹਨਾਂ ਨੂੰ ਕੋਈ ਪਿਛਲੇ ਰਹਿਮਤਾਂ ਪਹਿਲੋਂ ਕੀਤੀਆਂ ਹੋਣੀਆਂ ਗੁਰੂ ਸਾਹਿਬ ਨੇ, ਉਹਨਾਂ ਤੋਂ ਪਿਛਲੇ ਜਨਮਾਂ ਵਿੱਚ ਹੀ ਕੋਈ ਸਾਧਨਾ ਕਰਵਾਈ ਹੋਏਗੀ, ਗੁਰੂ ਸਾਹਿਬ ਹੀ ਕਰਨ ਕਰਾਉਣ ਵਾਲੇ। ਕਹਿ ਦਿੱਤਾ ਸੀ ਭਾਈ ਬਾਲਿਆ ਇਹਨੇ ਪਹਿਲਾਂ ਸਾਰਾ ਹੀ ਸਾਧਨਾ ਇਹਨੇ ਸਾਧੀ ਆ, ਇਹਦੇ ਹਿਰਦੇ ਦਾ ਦੀਵਾ ਤਿਆਰ ਆ, ਅਸੀਂ ਤਾਂ ਇਹਨੂੰ ਜਗਾਇਆ ਹੀ ਆ, ਹੁਣ ਇਹ ਕਈਆਂ ਨੂੰ ਜਗਾਵੇਗਾ। 12 ਸਾਲਾਂ ਦੀ ਉਮਰ ਦੇ ਵਿੱਚ ਬਾਬਾ ਜੀ ਨੂੰ, ਪਹਿਲਾ ਨਾਮ ਸੀ ਭਾਈ ਬੂੜਾ, ਬਾਬਾ ਸੁੱਘਾ ਰੰਧਾਵਾ ਜੀ ਦੇ ਪੁੱਤਰ ਸਨ। ਬਾਬਾ ਬੁੱਢਾ ਸਾਹਿਬ ਜੀ ਦੀ ਗੋਦ ਰੰਧਾਵਾ ਹੈ, ਸੁੱਘਾ ਰੰਧਾਵਾ ਜੀ ਦੇ ਪੁੱਤਰ ਨਾਮ ਸੀ, ਮਾਪਿਆਂ ਨੇ ਰੱਖਿਆ ਭਾਈ ਬੂੜਾ। ਮਹਾਰਾਜ ਸਾਹਿਬ ਜੀ ਨੇ ਬੁੱਢਾ ਕਹਿ ਕਰਕੇ ਨਵਾਜਿਆ ਤੇ ਫਿਰ ਪੰਥ ਵਿੱਚ ਬਾਬਾ ਬੁੱਢਾ ਸਾਹਿਬ ਜੀ ਕਹਿ ਕਰਕੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਦੇ ਨਾਮ ਨਾਲ ਸਾਰਾ ਪੰਥ ਜਾਣਦਾ। ਫਿਰ ਸਾਰਾ ਜੀਵਨ ਗੁਰੂ ਨਾਨਕ ਸਾਹਿਬ ਦੀ ਸੇਵਾ ਨੂੰ ਸਮਰਪਿਤ। 125 ਸਾਲ ਉਮਰ ਹੋਈ ਬਾਬਾ ਬੁੱਢਾ ਸਾਹਿਬ ਜੀ ਦੀ, 125 ਸਾਲ। ਤੇ ਸਾਧ ਸੰਗਤ ਜੀ ਇੰਨੀ ਵੱਡੀ ਗੁਰੂ ਸਾਹਿਬ ਘਰ ਦੀ ਸੇਵਾ ਕੀਤੀ ਬਾਬਾ ਜੀ ਨੇ, ਉਹਨਾਂ ਦੇ ਪੁੱਤਰਾਂ ਨੇ, ਪੋਤਰਿਆਂ ਨੇ। ਵੇਖੋ ਫਿਰ ਕਿੰਨੇ ਗੁਰੂ ਸਾਹਿਬਾਂ ਦੇ ਦਰਸ਼ਨ ਕੀਤੇ ਤੇ ਕਿਹੜੀ ਸੇਵਾ ਜਿਹੜੀ ਬਾਬਾ ਬੁੱਢਾ ਸਾਹਿਬ ਜੀ ਨੇ ਨਹੀਂ ਕੀਤੀ। ਸਰੋਵਰ ਸਾਹਿਬ ਬਣੇ ਤੇ ਟੋਕਰੀਆਂ ਆਪ ਵੀ ਢੋਂਦੇ ਆ, ਪੁੱਤਰ ਵੀ ਢੋਂਦੇ ਆ, ਪੋਤਰੇ ਵੀ ਢੋਂਦੇ ਆ ਬਾਬਾ ਬੁੱਢਾ ਸਾਹਿਬ ਜੀ ਨੇ। ਅੰਮ੍ਰਿਤਸਰ ਸਰੋਵਰ ਦੀ ਸੇਵਾ ਜਦੋਂ ਹੁੰਦੀ ਸੀ, ਆਪਾਂ ਹੁਣ ਵੀ ਜਾਂਦੇ ਆ ਤੇ ਇੱਧਰਲੀ ਜਿਹੜੀ ਬੇਰੀ ਇੱਕ ਬਾਈ ਵਾਲੀ, ਉਹਨੂੰ ਸਾਰਾ ਪੰਥ ਹੀ ਜਾਣਦਾ ਵੀ ਬੇਰੀ ਬਾਬਾ ਬੁੱਢਾ ਸਾਹਿਬ ਜੀ ਦੀ ਹੈ, ਵੀ ਇੱਥੇ ਬਾਬਾ ਬੁੱਢਾ ਸਾਹਿਬ ਜੀ ਇੱਧਰਲੇ ਪਾਸੇ ਸੇਵਾ ਕਰਦੇ ਕਰਾਉਂਦੇ ਸੀ। ਇੱਕ ਦੁੱਖ ਭੰਜਣੀ ਬੇਰੀ, ਇੱਕ ਉਹ ਬੇਰੀ ਬਾਬਾ ਬੁੱਢਾ ਸਾਹਿਬ ਜੀ ਦੀ ਬੇਰ, ਇੱਕ ਪਰਾਂ ਲਾਚੀ ਬੇਰੀ ਕਹਿ ਦਿੰਦੇ ਹਨ, ਜਿਹਨੂੰ ਨਿੱਕੇ ਨਿੱਕੇ ਬੇਰ ਲਾਚੀਆਂ ਵਰਗੇ ਲੱਗਦੇ। ਜਿੱਥੇ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਘੋੜਾ ਬੰਨ੍ਹ ਕੇ ਮੱਸੇ ਰੰਗੜ ਦਾ ਸਿਰ ਵੀ ਵੱਢਿਆ ਸੀ, ਤੇ ਉਹਦੇ ਦੋ ਨਾਮ ਆ, ਵੀ ਇੱਕ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਉੱਥੇ ਘੋੜਾ ਬੰਨਿਆ, ਉਹ ਵੀ ਇਤਿਹਾਸ ਉਹਦੇ ਨਾਲ ਜੁੜਦਾ ਉਸ ਬੇਰੀ ਨਾਲ, ਤੇ ਇੱਕ ਉਹਦੇ ਨਿੱਕੇ ਨਿੱਕੇ ਬੇਰ ਉਹਦਾ ਲਿਖਿਆ ਨਾਮ ਵੀ ਲਾਚੀ ਬੇਰੀ, ਵੀ ਲਾਚੀਆਂ ਵਰਗੇ ਨਿੱਕੇ ਨਿੱਕੇ ਬੇਰ ਲੱਗਦੇ। ਤਾਂ ਇੱਕ ਬਾਬਾ ਬੁੱਢਾ ਸਾਹਿਬ ਜੀ ਦੀ ਬੇਰ, ਜਿੱਥੇ ਬਾਬਾ ਜੀ ਨੇ ਸੇਵਾ ਕਰਾਉਣ ਤੇ ਹਰ ਪੱਖ ਤੋਂ ਸੇਵਾ ਕੀਤੀ ਗੁਰੂ ਘਰ ਦੀ, ਸਾਰਾ ਪਰਿਵਾਰ ਹੀ ਗੁਰੂ ਘਰ ਦੀ ਸੇਵਾ ਨੂੰ ਸਮਰਪਿਤ। ਫਿਰ ਗੁਰੂ ਘਰ ਦੇ ਪਸ਼ੂ ਵੀ ਸਾਂਭੇ ਬਾਬਾ ਬੁੱਢਾ ਸਾਹਿਬ ਜੀ ਨੇ, ਘੋੜੇ ਵੀ ਸਾਂਭੇ ਬਾਬਾ ਜੀ ਨੇ। ਔਰ ਇਸੇ ਤਰ੍ਹਾਂ ਸਾਧ ਸੰਗਤ ਜੀ ਫਿਰ ਬਾਬਾ ਜੀ ਨੇ ਗੁਰੂ ਘਰ ਦੀ ਖੇਤੀ ਵੀ ਕੀਤੀ ਆ, ਬੀੜ ਸਾਹਿਬ ਵਾਲੇ ਸਥਾਨ ਤੇ ਝਬਾਲ, ਇਹ ਸਾਰੀਆਂ ਫਸਲਾਂ। ਤੇ ਫਿਰ ਗੁਰੂ ਘਰ ਵਿੱਚ ਅਨਾਜ ਭੇਜਣਾ, ਇੱਥੋਂ ਹੀ ਗਾਗਰਾਂ ਭਰ ਭਰ ਕੇ ਦੁੱਧ ਵੀ ਬਾਬਾ ਜੀ ਲੰਗਰਾਂ 'ਚ ਭੇਜਿਆ ਕਰਦੇ ਸੀ, ਸ੍ਰੀ ਤਰਨਤਾਰਨ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ। ਫਿਰ ਸਭ ਤੋਂ ਪਹਿਲੇ ਗ੍ਰੰਥੀ ਸਾਹਿਬਾਨ ਹੋਣ ਦਾ ਵੀ ਬਾਬਾ ਜੀ ਨੂੰ ਹੀ ਮਾਣ ਪ੍ਰਾਪਤ ਹੋਇਆ। ਹੁਣ ਤਾਂ ਉਹਨੇ ਚਿਰ ਨੂੰ ਰਿਟਾਇਰ ਵੀ ਕਰ ਦਿੰਦੇ ਆ। ਬਾਬਾ ਬੁੱਢਾ ਸਾਹਿਬ ਜੀ 98 ਸਾਲ ਦੀ ਉਮਰ 'ਚ ਗੁਰੂ ਘਰ ਦੇ ਗ੍ਰੰਥੀ ਲੱਗੇ ਸੀ। 98 ਸਾਲ ਦੀ ਉਮਰ ਸੀ ਬਾਬਾ ਬੁੱਢਾ ਸਾਹਿਬ ਜੀ ਦੀ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਹੋਇਆ ਸੀ। ਤੇ ਬਾਬਾ ਜੀ ਨੇ ਪਹਿਲਾ ਸ੍ਰੀ ਮੁਖ ਵਾਕ ਸੁਣਾਇਆ ਸੀ, ਪੰਜਵੇਂ ਪਾਤਸ਼ਾਹ ਦੀ ਆਗਿਆ ਦੇ ਨਾਲ ਪ੍ਰਕਾਸ਼ ਹੋਇਆ। ਮਹਾਰਾਜ ਪੰਜਵੇਂ ਪਾਤਸ਼ਾਹ ਨੇ ਆਖਿਆ ਸੀ, ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਹੋ ਆਵਾਜ਼ ਸੁਣੇ ਸਭ ਪੰਥ। ਮਹਾਰਾਜ ਦੀ ਆਗਿਆ ਨਾਲ ਜਦੋਂ ਪ੍ਰਕਾਸ਼ ਕੀਤਾ, ਪੰਜਵੇਂ ਪਾਤਸ਼ਾਹ ਚੌਰ ਸਾਹਿਬ ਕਰ ਰਹੇ ਆ ਤੇ ਬਾਬਾ ਜੀ ਨੇ ਸ੍ਰੀ ਮੁਖ ਵਾਕ ਸੁਣਾਇਆ। ਲੰਮਾ ਲੰਮਾ ਦਾੜਾ ਗੋਡਿਆਂ ਤੀਕ ਜਾਂਦਾ, ਚਿੱਟੇ ਰੰਗ ਦਾ, ਜਿਵੇਂ ਚਾਂਦੀ ਹੁੰਦੀ ਹੈ, ਚਾਂਦੀ ਵਰਗੇ ਕੇਸ ਬਾਬਾ ਬੁੱਢਾ ਸਾਹਿਬ ਜੀ ਦੇ। ਤੇ 98 ਸਾਲ ਦੀ ਉਮਰ ਆ ਬਾਬਾ ਜੀ ਦੀ। ਸ੍ਰੀ ਮੁਖ ਵਾਕ ਸੁਣਾਇਆ ਵਾ, ਸਰੋਵਰ ਦੇ ਕੰਢਿਆਂ ਤੀਕ ਆਵਾਜ਼ ਜਾਂਦੀ ਸੀ। ਅਗਲੀ ਪ੍ਰਕਰਮਾ ਦੀ ਸੋਹੇ ਮਹੱਲਾ ਪੰਜਵਾ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। तो ऐसे गुरमुख भी साध संगत जी गुरु के पंथ विच होए, जिन्हां ने सारा जीवन गुरु घर नूं समर्पित, जिन्हां दे सारे सारे परिवार ही गुरु घर की सेवा विच समर्पित। जिवें भाई साहब भाई मणि सिंह जी शहीद, उन्हां दे पुत्तर, उन्हां दे पोतरे, उन्हां दे पिता, दादे परदादे सारे ही गुरु घर की सेवा दे विच। भाई मणि सिंह जी का इतिहास पढ़िए ना, भाई साहब जी दे सत्कारयोग दादा जी वो 6वें पातशाह के सिख सन।
ਤੇ ਉਹਨਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਯੁੱਧ ਵਿੱਚ ਸ਼ਹੀਦੀ ਪ੍ਰਾਪਤ ਕੀਤੀ। ਭਾਈ ਸਾਹਿਬ ਭਾਈ ਮਣੀ ਸਿੰਘ ਜੀ ਦੇ ਪਿਤਾ ਜੀ ਹੋਣੀ 12 ਭਰਾ ਸਨ। ਉਹਨਾਂ ਨੇ ਵੀ ਗੁਰੂ ਘਰ ਦੀ ਸੇਵਾ ਦੇ ਵਿੱਚ ਹੀ ਸਾਰੇ ਸਮਰਪਿਤ। ਭਾਈ ਮਣੀ ਸਿੰਘ ਜੀ ਆਪ ਵੀ 12 ਭਰਾ ਸਨ ਤੇ ਉਹ ਵੀ ਗੁਰੂ ਘਰ ਦੇ ਮਹਾਨ ਸੇਵਾ। ਫਿਰ ਭਾਈ ਮਣੀ ਸਿੰਘ ਜੀ ਦੇ 10 ਪੁੱਤਰ ਸਨ ਸਾਧ ਸੰਗਤ। ਭਾਈ ਬਚਿੱਤਰ ਸਿੰਘ, ਭਾਈ ਉਦੇ ਸਿੰਘ, ਭਾਈ ਚਿੱਤਰ ਸਿੰਘ, ਭਾਈ ਅਜਬ ਸਿੰਘ, ਭਾਈ ਅਜੈਬ ਸਿੰਘ ਆਦਿ ਸਾਰਿਆਂ ਦੇ ਨਾਮ ਆਉਂਦੇ। ਉਹ ਵੀ ਸਾਰੇ ਗੁਰੂ ਘਰ ਨੂੰ ਫਿਰ ਸ਼ਹੀਦ ਹੋਏ ਆ। ਦਾਦੇ ਵੀ ਸ਼ਹੀਦ, ਚਾਚੇ ਤਾਏ ਵੀ ਸ਼ਹੀਦ, ਚਾਚੇ ਤਾਇਆਂ ਦੇ ਜਿਹੜੇ ਅੱਗੇ ਪੁੱਤਰ ਸੀ ਉਹ ਵੀ ਸ਼ਹੀਦ। ਇਸੇ ਤਰ੍ਹਾਂ ਆਪ ਵੀ ਭਾਈ ਮਣੀ ਸਿੰਘ ਜੀ ਸ਼ਹੀਦ, ਉਹਨਾਂ ਦੇ ਭਰਾ ਵੀ ਸ਼ਹੀਦ। ਭਾਈ ਦਿਆਲਾ ਜੀ ਜਿਹੜੇ ਦੇਗ ਵਿੱਚ ਉਬਲੇ ਸੀ, ਸਕੇ ਭਰਾ ਸੀ ਭਾਈ ਮਣੀ ਸਿੰਘ ਜੀ। ਫਿਰ ਸਹੁਰਾ ਪਰਿਵਾਰ ਵੀ ਗੁਰੂ ਘਰ ਦਾ ਸੇਵਾਦਾਰ। ਭਾਈ ਮਣੀ ਸਿੰਘ ਜੀ ਦੇ ਸਹੁਰਾ ਸਾਹਿਬ ਜੀ ਲੱਖੀ ਸ਼ਾਹ ਵਣਜਾਰਾ, ਲੱਖੀ ਸ਼ਾਹ ਵਣਜਾਰਾ ਜਿਨ੍ਹਾਂ ਨੇ ਨਾਵੇਂ ਪਾਤਸ਼ਾਹ ਦੇ ਪਵਿੱਤਰ ਧੜ ਦਾ ਸੰਸਕਾਰ ਕੀਤਾ ਸੀ, ਉਹ ਵੀ ਕੈਸੇ ਗੁਰੂ ਘਰ ਦੇ ਸ਼ਰਧਾਲੂ। ਤੋ ਐਸੇ ਵੀ ਗੁਰੂ ਕੇ ਸਿੱਖ ਹੋਏ ਜਿਨ੍ਹਾਂ ਨੇ ਸਾਧ ਸੰਗਤ ਜੀ ਪੀੜ੍ਹੀ ਦਰ ਪੀੜ੍ਹੀ ਤੇ ਸਾਰਾ ਕੁਝ ਹੀ ਤਨ ਮਨ ਧਨ ਹੀ ਗੁਰੂ ਸਾਹਿਬ ਜੀ ਨੂੰ ਸਮਰਪਿਤ ਕੀਤਾ। ਗੁਰੂ ਕੀ ਸੇਵਾ ਨੂੰ ਸਮਰਪਿਤ ਤੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਤੋ ਇਹ ਮਾਈ ਜੋ ਚੱਬੇ ਤੋਂ ਚੱਲ ਕੇ ਆਈ, ਇੱਕ ਪੁੱਤਰ ਲੈਣ ਵਾਸਤੇ ਆਈ ਤੇ 10 ਪੁੱਤਰ ਲੈ ਕਰਕੇ ਆਪਣੇ ਨਗਰ ਚੱਬੇ ਗਈ। ਗੁਰੂ ਸਾਹਿਬ ਜੀ ਦੀ ਮਹਿਮਾ ਪ੍ਰਗਟ ਕੀਤੀ। ਗੁਰੂ ਜੀ ਦੇ ਪਾਵਨ ਇਤਿਹਾਸ ਦੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣੇ ਅਸੀਸ ਅੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ। ਔਰ ਆਪ ਸਮੂਹ ਸੰਗਤਾਂ ਦੀ ਸੇਵਾ ਵਿੱਚ ਅਦਬ ਸਹਿਤ ਬੇਨਤੀ ਹੈ ਜੀ, ਕੱਲ ਨੂੰ ਅਮਾਵਸ ਦਾ ਦਿਹਾੜਾ ਹੈ ਔਰ ਜਿੱਥੇ ਸੋ ਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਅੰਦਰ ਗੁਰੂ ਕੇ ਦੀਵਾਨ ਅੰਦਰ ਸੁੰਦਰ ਦੀਵਾਨ ਸੱਜਣੇ ਹਨ। ਉੱਥੇ ਖੰਡੇ ਬਾਟੇ ਦਾ ਅੰਮ੍ਰਿਤ ਵੀ ਤਿਆਰ ਹੁੰਦਾ ਹੈ ਹਰ ਅਮਾਵਸ ਤੇ ਪੂਰਨਮਾਸ਼ੀ ਤੇ। ਜਿਨ੍ਹਾਂ ਨੇ ਗੁਰੂ ਕਾ ਅੰਮ੍ਰਿਤ ਨਹੀਂ ਛਕਿਆ, ਗੁਰੂ ਕਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਦੂਸਰੀ ਬੇਨਤੀ ਹੈ ਕਿ ਹਰ ਸੰਗਰਾਂਦ ਤੇ ਜਿੱਥੇ ਸਵੇਰੇ ਸ਼ਾਮ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਦੀਵਾਨ ਸਜਦੇ ਹਨ, ਸਾਰਾ ਦਿਨ ਕੀਰਤਨ ਦਾ ਪ੍ਰਵਾਹ ਚੱਲਦਾ ਹੈ। ਉੱਥੇ ਵਿਸ਼ੇਸ਼ ਕਰਕੇ ਗੁਰਦੁਆਰਾ ਸ੍ਰੀ ਹੱਟ ਸਾਹਿਬ ਜੀ ਵਿਖੇ ਰਹਿਰਾ ਸਾਹਿਬ ਜੀ ਤੋਂ ਉਪਰੰਤ 2 ਘੰਟੇ ਦਾ ਸਮਾਗਮ ਹੋਵੇਗਾ ਐਤਕੀ ਸੰਗਰਾਂਦ ਵਾਲੇ ਦਿਹਾੜੇ ਤੇ ਹਰ ਸੰਗਰਾਂਦ ਤੇ ਗੁਰਦੁਆਰਾ ਸ੍ਰੀ ਹੱਟ ਸਾਹਿਬ ਜੀ ਵਿਖੇ ਸੋ ਵਿਸ਼ੇਸ਼ ਸਮਾਗਮ ਹੋਇਆ ਕਰਨੇ ਹਨ। ਸਤਿਕਾਰਯੋਗ ਮੈਨੇਜਰ ਸਾਹਿਬ ਜੀ ਵੱਲੋਂ ਸਮੂਹ ਸੰਗਤਾਂ ਦੀ ਸੇਵਾ 'ਚ ਬੇਨਤੀ ਹੈ ਕਿ ਸਾਰੀਆਂ ਸੰਗਤਾਂ ਨੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਗੁਰਦੁਆਰਾ ਸ੍ਰੀ ਹੱਟ ਸਾਹਿਬ ਜੀ ਵਿਖੇ ਵੀ ਹਾਜ਼ਰੀਆਂ ਭਰ ਕੇ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਦਰਬਾਰ ਤੋਂ ਝੋਲੀਆਂ ਭਰਨੀਆਂ ਜੀ। ਜਿੱਥੇ ਗਰੀਬ ਨਵਾਜ ਸਾਹਿਬ ਜੀ ਨੇ 13 ਕਹਿ ਕਰਕੇ ਗਰੀਬਾਂ ਦੀਆਂ ਝੋਲੀਆਂ ਭਰੀਆਂ, ਅੱਜ ਵੀ ਮਹਾਰਾਜ ਝੋਲੀਆਂ ਭਰ ਰਹੇ ਹਨ। ਗਰੀਬ ਨਵਾਜ ਸੱਚੇ ਪਾਤਸ਼ਾਹ ਕਿਰਪਾ ਕਰਨ। हे गोविंद हे गोपाल हे दयाल लाल, प्राणनाथ अनाथ सखे दीन दर्द निवार। हे समरथ अगम पूरन मोहे मैया तार। अंधकूप महाभयान नानक पारे उतार। आए प्रभ शरणागति कृपा निध दयाल। एक अखर हर मन बसत नानक होत निहाल। कथा निता प्रत होत है सुनहो सिंह सुजान। नानक गुर गोबिंद सिंह जी सदा करे कल्याण। नानक गुर गोबिंद सिंह जी सदा करे कल्याण। वाहिगुरु जी का खालसा वाहिगुरु जी की फतेह। सत श्री अकाल। वाहिगुरु जी का खालसा वाहिगुरु जी की फतेह।